ਸਤਨਾਮ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਿਲਾ ਤੀਜਾ। ਅਮਰ ਬੇਪਰਵਾਹ ਹੈ, ਤਿਸ ਨਾਲ ਸਿਆਣਪ ਨਾ ਚੱਲਈ, ਨਾ ਹੁਜਤ ਕਰਨੀ ਜਾਏ। ਆਪ ਛੋੜ ਸਰਣਾਏ ਪਵੈ, ਮਨ ਲਏ ਰਜਾਏ। ਅਮਰ ਬੇਪਰਵਾਹ ਹੈ, ਤਿਸ ਨਾਲ ਸਿਆਣਪ ਨਾ ਚੱਲਈ, ਨਾ ਹੁਜਤ ਕਰਨੀ ਜਾਏ। ਆਪ ਛੋੜ ਸਰਣਾਏ ਪਵੈ, ਮਨ ਲਏ ਰਜਾਏ। ਗੁਰਮੁਖ ਜਮ ਡੰਡ ਨਾ ਲੱਗਈ, ਹਉ ਮੈਂ ਵਿੱਚੋਂ ਹੋ ਜਾਏ। ਨਾਨਕ ਸੇਵਕ ਸੋਈ ਆਖੀਐ, ਜੇ ਸੱਚ ਰਹਿ ਲਿਵ ਲਾਇ। ਮਹਿਲਾ ਤੀਜਾ। ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉ ਮੈਂ ਮੇਰੀ। ਬਹੁ ਕਰਮ ਕਮਾਵੈ ਲੋਭ ਮੋਹ ਵਿਆਪੇ, ਹਉ ਮੈਂ ਕਦੇ ਨ ਚੂਕੈ ਫੇਰੀ। ਨਾਨਕ ਆਪ ਕਰਾਏ ਕਰਤਾ, ਜੋ ਤਿਸ ਭਾਵੈ ਸਾਈ ਗੱਲ ਚੰਗੇਰੀ। ਪੌੜੀ ਮਹਿਲਾ ਪੰਜਵਾਂ। ਸੱਚ ਖਾਣਾ ਸੱਚ ਪਹਿਨਣਾ, ਸਚ ਨਾਮ ਆਧਾਰ। ਗੁਰ ਪੂਰੈ ਮਿਲਾਇਆ, ਪ੍ਰਭ ਦੇਵਨਹਾਰ। ਭਾਗ ਪੂਰਾ ਤਿਨ ਜਾਗਿਆ, ਜਪਿਆ ਨਿਰੰਕਾਰ। ਸਾਧੂ ਸੰਗਤ ਲੱਗਿਆ, ਧਰਿਆ ਸੰਸਾਰ। ਨਾਨਕ ਸਿਫਤ ਸਲਾਹ ਕਰ, ਪ੍ਰਭ ਕਾ ਜੈਕਾਰ। ਨਾਨਕ ਸਿਫਤ ਸਲਾਹ ਕਰ, ਪ੍ਰਭ ਕਾ ਜੈਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੀ ਹਜ਼ੂਰੀ 'ਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਜੋ ਵਿਚਾਰ ਆਪ ਜੀ ਹਰ ਰੋਜ਼ ਸ਼ਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਵਿੱਤਰ ਬਚਨ ਸਾਰੰਗ ਰਾਗ ਦੀ ਵਾਰ ਵਿੱਚੋਂ ਆਪ ਜੀ ਸ਼ਰਵਣ ਕਰ ਰਹੇ ਸੀ। ਇਹ ਪਵਿੱਤਰ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ। ਇਸ ਵਾਰ ਦੀਆਂ 36 ਪੌੜੀਆਂ ਨੇ, ਜਿਹਦੇ ਵਿੱਚੋਂ ਇਹ 35ਵੀਂ ਪੌੜੀ ਆਪ ਜੀ ਸ਼ਰਵਣ ਕਰ ਰਹੇ ਸੀ। ਇਹ ਪੌੜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਹੈ। ਜ਼ਿਆਦਾਤਰ ਇਹ ਹੁੰਦਾ ਹੈ ਕਿ ਜਿਸ ਗੁਰੂ ਸਾਹਿਬ ਦੀ ਵਾਰ ਹੋਏ ਉਹਦੀਆਂ ਹੀ ਪੌੜੀਆਂ ਹੁੰਦੀਆਂ ਨੇ, ਉਹਦੇ ਵਿੱਚ ਸ਼ਲੋਕ ਵੱਖਰੇ ਵੱਖਰੇ ਹੁੰਦੇ ਨੇ। ਪਰ ਇਸ ਵਾਰ ਅੰਦਰ ਸਤਿਗੁਰੂ ਜੀ ਨੇ ਉਚੇਚੇ ਤੌਰ ਤੇ ਆਪਣੀ ਇਹ ਪੌੜੀ ਅੰਕਿਤ ਕੀਤੀ ਹੈ। ਨਾਲ 2 ਸ਼ਲੋਕ ਨੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ। ਪਵਿੱਤਰ ਪੌੜੀ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਜੀਵਨ ਨੂੰ ਇਹ ਗਿਆਨ ਦੇ ਰਹੇ ਨੇ ਕਿ ਜਿਨ੍ਹਾਂ ਜੀਵਨ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ ਨਾ, ਜਿਨ੍ਹਾਂ ਦਾ ਪ੍ਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ, ਉਹਨਾਂ ਦੀ ਜ਼ਿੰਦਗੀ ਦਾ ਆਧਾਰ ਕੇਵਲ ਪ੍ਰਮਾਤਮਾ ਦਾ ਨਾਮ ਬਣਦਾ ਹੈ। ਉਹ ਆਪਣਾ ਭੋਜਨ, ਉਹ ਆਪਣਾ ਕੱਪੜਾ, ਉਹ ਆਪਣੀ ਜ਼ਿੰਦਗੀ ਦੀ ਗੁਜ਼ਰਾਨ ਪ੍ਰਮਾਤਮਾ ਦੇ ਨਾਮ ਨੂੰ ਸਮਝਦੇ ਨੇ। ਪਰ ਸਾਹਿਬ ਕਹਿੰਦੇ ਇਹ ਉਹ ਨੇ ਜਿਨ੍ਹਾਂ ਦੇ ਭਾਗ ਜਾਗਦੇ ਨੇ। ਸਤਿਗੁਰੂ ਜੀ ਨੇ ਸਾਨੂੰ ਵੀ ਉਸ ਵਾਹਿਗੁਰੂ ਜੀ ਦੀ ਜੈ ਜੈਕਾਰ ਕਰਨ ਦੀ ਜਿੱਥੇ ਪ੍ਰੇਰਣਾ ਕੀਤੀ ਹੈ, ਪਵਿੱਤਰ ਸ਼ਲੋਕਾਂ ਦੇ ਰਾਹੀਂ ਸਤਿਗੁਰੂ ਜੀ ਨੇ ਇੱਕ ਸਾਨੂੰ ਗਿਆਨ ਦਿੱਤਾ ਹੈ ਕਿ ਜੇ ਉਹਦੇ ਸੇਵਕ ਬਣਨਾ ਹੈ
ਤੇ ਫਿਰ ਸਿਆਣਪਾਂ ਨਹੀਂ ਕੰਮ ਆਉਂਦੀਆਂ, ਕੋਈ ਦਲੀਲਾਂ ਕੰਮ ਨਹੀਂ ਆਉਂਦੀਆਂ, ਕੋਈ ਹੁਜਤਾਂ ਕੰਮ ਨਹੀਂ ਆਉਂਦੀਆਂ। ਪਰਮਾਤਮਾ ਦੇ ਸੇਵਕ ਬਣਨ ਦੇ ਲਈ ਤੇ ਆਪਾ ਭਾਵ ਛੱਡਣਾ ਪੈਂਦਾ। ਗੁਰਬਾਣੀ ਵਿੱਚ ਸੇਵਕ ਦੀ ਗੱਲ ਸਤਿਗੁਰੂ ਜੀ ਨੇ ਥਾਂ ਥਾਂ ਤੇ ਕੀਤੀ ਹੈ। ਪਰਮਾਤਮਾ ਦੇ ਸੇਵਕ ਬਣਨ ਦਾ ਜਜ਼ਬਾ ਕਰਨ ਦੇ ਲਈ ਬੰਦਾ ਕਿਤੇ ਗੁਰੂ का सेवक बनता है। गुरु का जो सेवक बन जाए वो परमात्मा का भी बन जाता है। गुरु दे सेवक की गल करते हैं, गुरु अर्जन देव जी महाराज ने बचन कहे कि गुरु के सेवक की वडियाई की है। गुरु के ग्रह सेवक जो रहे, गुरु की आज्ञा मन में सहे, आपस को कर कछ ना जनावे, हर हर नाम हृदय सद ध्यावे, मन बेचे सतगुर के पास, ते सेवक के कारज रास, सेवा करत होए नेह कामी, तिसको होत प्राप्त स्वामी, अपनी कृपा जिस आव करे, नानक सो सेवक गुर की मत ले। सतगुरु जी कहते जेड़ा गुरु घर च सेवक है ना, ਉਹਦੀ ਵਡਿਆਈ ਇਹ ਹੈ ਕਿ ਉਹ ਗੁਰੂ ਦੀ ਭਾਣੇ ਨੂੰ, ਗੁਰੂ ਕੀ ਆਗਿਆ ਨੂੰ ਮਨ ਵਿੱਚ ਗ੍ਰਹਿਣ ਕਰਦਾ ਹੈ, ਆਪਣੇ ਆਪ ਨੂੰ ਨਹੀਂ ਜਣਾਉਂਦਾ, ਆਪਣਾ ਮਨ ਗੁਰੂ ਨੂੰ ਭੇਟ ਕਰ ਦਿੰਦਾ ਹੈ, ਆਪਣਾ ਸਭ ਕੁਝ ਅਰਪਣ ਕਰ ਦਿੰਦਾ ਹੈ, ਤੇ ਸੇਵਾ ਕਰਦਿਆਂ ਵੀ ਉਹ ਕਾਮਨਾ ਤੋਂ ਰਹਿਤ ਹੋ ਕੇ, ਬਿਨਾਂ ਕਿਸੇ ਸਵਾਰਥ ਤੋਂ, ਬਿਨਾਂ ਕਿਸੇ ਲੋੜ ਤੋਂ ਉਹ ਸੇਵਾ ਕਰਦਾ ਹੈ। ਉਹ ਸੇਵਕ ਜਿਹੜਾ ਨਾ ਪ੍ਰਮਾਤਮਾ 'ਚ ਹੀ ਵਿਲੀਨ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਸੇਵਕ ਦੀ ਵਡਿਆਈ ਇਹ ਹੈ ਕਿ ਜੋ ਗੁਰੂ ਕਹਿੰਦਾ ਉਹਦੇ ਮਾਰਗ ਤੇ ਚੱਲੇ। ਆਸਾ ਕੀ ਵਾਰ ਚੰਦਰ ਸਤਿਗੁਰੂ ਜੀ ਨੇ ਸੇਵਕ ਦੀ ਚਰਚਾ ਕਿਹਾ ਕਰਦਿਆਂ ਕਿਹਾ ਕਿ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਗੁਰੂ ਨੂੰ ਨਮਸਕਾਰ ਵੀ ਕਰੇ, ਗੁਰੂ ਦੀ ਗੱਲ ਵੀ ਨਾ ਮੰਨੇ, ਗੁਰੂ ਦੇ ਅੱਗੇ ਸਵਾਲ ਵੀ ਖੜੇ ਕਰੀ ਜਾਏ। ਸਤਿਗੁਰੂ ਜੀ ਕਹਿੰਦੇ ਉਹ ਬੰਦਾ ਮੁੱਢੋਂ ਹੀ ਭੁੱਲਿਆ ਹੋਇਆ। ਸੇਵਕ ਦੀ ਪਹਿਚਾਣ ਇਹ ਹੈ ਕਿ ਜਿਹੜਾ ਆਪਣਾ ਆਪ ਗੁਰੂ ਨੂੰ ਅਰਪਣ ਕਰ ਦੇਵੇ। ਸਤਿਗੁਰੂ ਜੀ ਨੇ ਜਿੱਥੇ ਸੇਵਕ ਦੀ ਗੱਲ ਕੀਤੀ ਹੈ, ਸੇਵਕ ਜਿਵੇਂ ਰੱਬ ਦੀ ਰਜ਼ਾ 'ਚ ਵਿਚਰਦਾ ਹੋਇਆ ਉਸ ਪਰਮਾਤਮਾ 'ਚ ਅਭੇਦ ਹੋ ਜਾਂਦਾ ਹੈ। ਜੋ ਬਚਨ ਸਤਿਗੁਰੂ ਜੀ ਕਹਿ ਰਹੇ ਨੇ, ਆਪਾਂ ਮਿਲ ਕੇ ਇਹਨਾਂ ਦੀ ਵਿਚਾਰ ਸਾਂਝੀ ਕਰੀਏ ਜੀ। ਗੁਰੂ ਪਿਆਰ ਵਿੱਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਿਲਾ ਤੀਜਾ। ਅਮਰ ਵੇ ਪ੍ਰਵਾਹ ਹੈ, ਤਿਸ ਨਾਲ ਸਿਆਣਪ ਨਾ ਚੱਲਈ, ਨਾ ਹੁਜਤ ਕਰਨੀ ਜਾਏ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1251 ਤੇ ਇਹ ਗੁਰੂ ਕੇ ਬਚਨ ਅੰਕਿਤ ਹਨ। ਗੁਰੂ ਅਮਰਦਾਸ ਜੀ ਦਾ ਇਹ ਸ਼ਲੋਕ ਹੈ। ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਜੋ ਅਮਰ, ਅਮਰ ਦਾ ਅਰਥ ਹੈ ਕਿ ਜਿਹੜਾ ਕਦੀ ਮਰਦਾ ਨਹੀਂ, ਜਿਹਨੂੰ ਅਟਲ ਕਹਿ ਸਕਦੇ ਆ, ਸਦਾ ਕਾਇਮ ਰਹਿਣ ਵਾਲਾ। ਉਹ ਪ੍ਰਮਾਤਮਾ ਅਮਰ ਹੈ, ਉਹ ਬੜਾ ਬੇਪਰਵਾਹ ਹੈ, ਉਹਨੂੰ ਕਿਸੇ ਦੀ ਕੋਈ ਮੁਤਾਜ਼ਗੀ ਨਹੀਂ ਹੈ। ਇਹ ਨਹੀਂ ਹੈ ਕਿ ਉਹ ਸਾਡੇ ਸਿਰ ਤੇ ਟਿਕਿਆ ਹੈ। ਜਿਵੇਂ ਆਪਾਂ ਕਈ ਵਾਰ ਮਨ 'ਚ ਪਤਾ ਨਹੀਂ ਕੀ ਸੋਚਦੇ ਆ ਦੁਨਿਆਵੀ ਤੌਰ ਤੇ ਕਈ ਗੱਲਾਂ ਸੁਣਦੇ ਰਹਿੰਦੇ ਆ। ਦੇਖੋ ਜੀ, ਅਸੀਂ ਰੱਬ ਨੂੰ ਹੀ ਨਹੀਂ ਮੰਨਦੇ, ਰੱਬ ਨੇ ਕਿਹੜੀ ਸਾਡੀ ਸੁਣੀ, ਅਸੀਂ ਮੰਨਦੇ ਹੀ ਨਹੀਂ। ਅਸੀਂ ਨਹੀਂ ਮੰਨਾਂਗੇ ਤੇ ਰੱਬ ਨੇ ਤੇ ਰੱਬ ਹੀ ਰਹਿਣਾ ਹੈ। ਰੱਬ ਦਾ ਕੋਈ ਰੁਤਬਾ ਥੋੜ੍ਹਾ ਖੁੱਸ ਜਾਣਾ ਜਾਂ ਰੱਬ ਦਾ ਕੋਈ ਬਲ ਘਟ ਜਾਣਾ। ਸਾਡੇ ਮੰਨਣ ਜਾਂ ਨਾ ਮੰਨਣ ਨਾਲ ਰੱਬ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਸਾਨੂੰ ਕੋਈ ਮੁਤਾਜ਼ਗੀ ਹੋ ਸਕਦੀ ਹੈ, ਦੁਨਿਆਵੀ ਤੌਰ ਤੇ ਰੁਤਬਿਆਂ ਤੇ ਬੈਠੇ ਹੋਏ ਲੋਕ, ਉਹਨਾਂ ਨੂੰ ਕੋਈ ਮੁਤਾਜ਼ਗੀ ਹੋ ਸਕਦੀ ਹੈ ਕਿ ਜੇ ਦੁਨੀਆ ਸਾਡੇ ਮਗਰ ਨਾ ਲੱਗੀ ਤੇ ਸਾਡਾ ਕੀ ਬਣੇਗਾ। ਦੁਨਿਆਵੀ ਤੌਰ ਤੇ ਧਾਰਮਿਕ ਦੁਨੀਆ 'ਚ ਮੱਥੇ ਟਿਕਾਉਣ ਵਾਲਿਆਂ ਨੂੰ ਕੋਈ ਮੁਤਾਜ਼ਗੀ ਹੋ ਸਕਦੀ ਹੈ ਕਿ ਜੇ ਲੋਕੀ ਮੇਰੇ ਕੋਲ ਨਾ ਆਏ ਤੇ ਕੀ ਬਣੇਗਾ। ਲੇਕਿਨ ਪਰਮਾਤਮਾ ਨੂੰ ਕੋਈ ਮੁਤਾਜ਼ਗੀ ਨਹੀਂ, ਪਰਮਾਤਮਾ ਬੇਪਰਵਾਹ ਹੈ। ਜੇ ਪਰਮਾਤਮਾ ਬੇਪਰਵਾਹ ਹੈ, ਪਰਮਾਤਮਾ ਦੇ ਪਿਆਰ 'ਚ ਜੁੜਿਆ ਹੋਇਆ ਬੰਦਾ ਵੀ ਬੇਪਰਵਾਹ ਹੋ ਜਾਂਦਾ ਹੈ। ਸਾਹਿਬ ਕਹਿੰਦੇ ਅਮਰ ਬੇਪਰਵਾਹ ਹੈ। ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਬੇਮੁਤਾਜ ਹੈ, ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਤਿਸ ਨਾਲ ਸਿਆਣਪ ਨਾ ਚੱਲੇ, ਨਾ ਹੁਜਤ ਕਰਨੀ ਜਾਏ। ਪਰਮਾਤਮਾ ਦੇ ਦਰ ਤੇ ਚਲਾਕੀਆਂ ਨਹੀਂ ਚੱਲਦੀਆਂ ਕਿ ਚਲਾਕੀਆਂ ਦੇ ਨਾਲ ਅਸੀਂ ਰੱਬ ਨੂੰ ਪ੍ਰਾਪਤ ਕਰ ਲਵਾਂਗੇ। ਜਿਵੇਂ ਆਪਾਂ ਦੇਖਦੇ ਬੰਦਾ ਦੁਨਿਆਵੀ ਤੌਰ ਤੇ ਧਰਮ ਦੀ ਦੁਨੀਆ 'ਚ ਵੀ ਬੜੀਆਂ ਚਲਾਕੀਆਂ ਵਰਤਦਾ ਹੈ। ਬਾਹਰੋਂ ਕੁਝ ਹੋਰ ਹੁੰਦਾ ਹੈ, ਅੰਦਰੋਂ ਕੁਝ ਹੋਰ ਹੁੰਦਾ ਹੈ। ਆਪਾਂ ਦੇਖਦੇ ਹਾਂ ਬੰਦਾ ਧਰਮੀ ਹੁੰਦਾ ਨਹੀਂ ਅੰਦਰੋਂ,
ਪਰ ਉਹਦੀ ਮਜਬੂਰੀ ਹੁੰਦੀ ਧਰਮ ਦਾ ਅਡੰਬਰ ਕਰਨਾ, ਇਹ ਦਰਸਾਉਣਾ ਕਿ ਮੈਂ ਬੜਾ ਧਰਮੀ ਆ, ਮੇਰੇ ਵਰਗਾ ਤੇ ਚੰਗਾ ਹੀ ਕੋਈ ਨਹੀਂ। ਜੇ ਕਦੇ ਉਹ ਭੁੱਲ ਕੇ ਵੀ ਚੰਗਾ ਕੰਮ ਕਰ ਲਏ ਤੇ ਫਿਰ ਉਹ ਬੜਾ ਅਡੰਬਰ ਕਰਦਾ, ਦਿਖਾਉਂਦਾ ਕਿ ਦੇਖੋ ਮੇਰੇ ਵਰਗਾ ਧਰਮੀ ਕੋਈ ਨਹੀਂ ਹੈ। ਧਰਮ ਜਿਹੜਾ ਹੈ ਉਹਦਾ ਦਿਖਾਵੇ ਨਾਲ ਕੋਈ ਸੰਬੰਧ ਨਹੀਂ ਹੈ। ਧਰਮ ਦਾ ਦਿਖਾਵੇ ਨਾਲ, ਅਡੰਬਰ ਨਾਲ ਕੋਈ ਸੰਬੰਧ ਨਹੀਂ ਹੈ। ਧਰਮ ਤਾਂ ਇੱਕ ਜੀਉਣ ਦਾ ਢੰਗ ਹੈ, ਇੱਕ ਜੀਵਨ ਜਾਚ ਹੈ। ਧਰਮ ਇੱਕ ਆਚਾਰ ਹੈ। ਧਰਮ ਕੀ ਹੈ? ਸੱਚ ਬੋਲਣਾ। ਧਰਮ ਕੀ ਹੈ? ਇਮਾਨਦਾਰ ਰਹਿਣਾ। ਧਰਮ ਕੀ ਹੈ? ਦੂਜਿਆਂ ਦਾ ਭਲਾ ਕਰਨਾ, ਮਨੁੱਖਤਾ ਦੇ ਨਾਲ ਪਿਆਰ ਕਰਨਾ। ਇਹਦਾ ਤੇ ਕੋਈ ਅਡੰਬਰ ਨਹੀਂ ਹੋ ਸਕਦਾ। ਇਸ ਕਰਕੇ ਜਿੱਥੇ ਅਡੰਬਰ ਹੈ ਉੱਥੇ ਧਰਮ ਨਹੀਂ ਹੈ, ਜਿੱਥੇ ਦਿਖਾਵਾ ਹੈ ਉੱਥੇ ਧਰਮ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਬੇਪਰਵਾਹ ਹੈ, ਪ੍ਰਮਾਤਮਾ ਦੇ ਨਾਲ ਕੋਈ ਸਿਆਣਪ ਨਹੀਂ ਚੱਲਣੀ, ਚਲਾਕੀ ਨਹੀਂ ਚੱਲਣੀ। ਜਿਵੇਂ ਕਿ ਚਲਾਕੀਆਂ ਕਰਕੇ ਅਸੀਂ ਦੁਨਿਆਵੀ ਤੌਰ ਤੇ ਲੋਕਾਂ ਨੂੰ ਆਪਣੇ ਮਗਰ ਲਾ ਲੈਂਦੇ ਹਾਂ, ਧਰਮੀ ਹੋਣ ਦਾ ਅਡੰਬਰ ਕਰਕੇ, ਚੰਗੇ ਹੋਣ ਦਾ ਅਡੰਬਰ ਕਰਕੇ। ਲੇਕਿਨ ਪ੍ਰਮਾਤਮਾ ਦੇ ਦਰ ਤੇ ਕੋਈ ਸਿਆਣਪ ਨਹੀਂ ਚੱਲਣੀ। ਗੁਰੂ ਕੀ ਬਾਣੀ ਕਹਿੰਦੀ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਚਤਰਾਈ ਨਾ ਚਤੁਰਭੁਜ ਪਾਈਐ। ਸਤਿਗੁਰੂ ਜੀ ਕਹਿੰਦੇ ਚਲਾਕੀਆਂ ਨਾਲ ਰੱਬ ਨਹੀਂ ਮਿਲਦਾ। ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਇਹ ਮਨ ਚੰਚਲਾ, ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ ਤੂੰ ਸਮਨ ਮੇਰੇ ਆ। ਸਤਿਗੁਰੂ ਜੀ ਕਹਿੰਦੇ ਉਹ ਮਨਾ, ਅੱਜ ਤੱਕ ਕਿਸੇ ਨੇ ਚਲਾਕੀਆਂ ਚਤਰਾਈਆਂ ਦੇ ਰਾਹੀਂ ਰੱਬ ਨੂੰ ਪ੍ਰਾਪਤ ਨਹੀਂ ਕੀਤਾ। ਸਾਹਿਬ ਜੀ ਕਹਿੰਦੇ ਨਾ ਹੁਜਤ ਕਰਨੀ ਜਾਏ, ਨਾ ਹੀ ਕੋਈ ਰੱਬ ਦੇ ਕੋਲ ਜਾ ਕੇ ਦਲੀਲਾਂ ਦਿੱਤੀਆਂ ਜਾ ਸਕਦੇ ਨੇ, ਹੁਜਤਾਂ ਨਹੀਂ ਕੀਤੀਆਂ ਜਾ ਸਕਦੀਆਂ। ਦੁਨਿਆਵੀ ਤੌਰ ਤੇ ਬੰਦਾ ਗਲਤ ਹੋਏ, ਬੜੀਆਂ ਦਲੀਲਾਂ ਦੇਵੇਗਾ ਆਪਣੇ ਆਪ ਨੂੰ ਠੀਕ ਸਾਬਤ ਕਰਨ ਦੇ ਲਈ, ਇਧਰੋਂ ਉਧਰੋਂ ਗਵਾਹ ਵੀ ਖਰੀਦ ਲਏਗਾ, ਮਗਰ ਲਗਾ ਲਏਗਾ ਲੋਕਾਂ ਨੂੰ। ਲੇਕਿਨ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੇ ਦਰ ਤੇ ਕੋਈ ਸਿਆਣਪ ਨਹੀਂ ਚੱਲਣੀ, ਪਰਮਾਤਮਾ ਦੇ ਦਰ ਤੇ ਕੋਈ ਹੁਜਤ ਨਹੀਂ ਚੱਲਣੀ, ਦਲੀਲ ਨਹੀਂ ਚੱਲਣੀ। ਪਰਮਾਤਮਾ ਜਿਹੜਾ ਉਹ ਬੇਪਰਵਾਹ ਹੈ, ਸਾਨੂੰ ਉਹਦੀ ਲੋੜ ਹੈ। ਜੇ ਅਸੀਂ ਉਹਦੇ ਪਿਆਰ ਜੁੜਾਂਗੇ ਸਾਡਾ ਜੀਵਨ ਸੁਖੀ ਹੋ ਜਾਏਗਾ। ਲੇਕਿਨ ਮਤਾਂ ਸੋਚੀਏ ਕਿ ਰੱਬ ਜਿਹੜਾ ਹੈ ਉਹ ਸਾਡੇ ਤੋਂ ਬਿਨਾਂ ਉਹਦੀ ਰੱਬਤਾ ਖੁੱਸ ਜਾਏਗੀ। ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਮੁਤਾਜ਼ਗੀ ਨਹੀਂ ਹੈ ਕਿਸੇ ਦੀ। ਆਪ ਛੋੜ ਸਰਣਾਏ ਪਵੈ ਮਨ ਲਏ ਰਜਾਏ। ਸਾਹਿਬ ਕਹਿੰਦੇ ਨੇ ਕਿ ਜਿਹੜਾ ਬੰਦਾ ਆਪ ਛੋੜਦਾ, ਅਰਥ ਹੈ ਕਿ ਮਨ ਦੀ ਮਤ ਤਿਆਗ ਕੇ, ਹੰਕਾਰ ਛੱਡ ਕੇ ਪਰਮਾਤਮਾ ਦੀ ਸ਼ਰਨ 'ਚ ਪੈ ਜਾਵੇ ਤੇ ਪਰਮਾਤਮਾ ਦੀ ਰਜ਼ਾ ਨੂੰ ਮੰਨ ਲਵੇ, ਪਰਮਾਤਮਾ ਦੇ ਪਾਣੀ 'ਚ ਆ ਜਾਵੇ। ਗੁਰਮੁਖ ਜਮ ਡੰਡ ਨ ਲਗਈ ਹਉਮੈ ਵਿੱਚੋਂ ਜਾਏ। ਉਸ ਗੁਰਮੁਖ ਨੂੰ ਜਿਨੇ ਗੁਰੂ ਕੀ ਮਤ ਦੇ ਰਾਹੀਂ ਆਪਾਂ ਭਾਵ ਛੱਡ ਦਿੱਤਾ, ਸਿਆਣਪਾਂ ਚਤਰਾਈਆਂ ਹੰਕਾਰ ਛੱਡ ਦਿੱਤਾ, ਪਰਮਾਤਮਾ ਦੇ ਪਿਆਰ 'ਚ ਆ ਗਿਆ। ਸਤਿਗੁਰੂ ਜੀ ਕਹਿੰਦੇ ਉਹਨੂੰ ਤੇ ਕੋਈ ਜਮਾਂ ਦਾ ਡੰਡ ਨਹੀਂ ਲੱਗਦਾ, ਜਮ ਉਹਦੇ ਨੇੜੇ ਹੀ ਨਹੀਂ ਲੱਗਦੇ, ਕਿਉਂਕਿ ਉਹਦੇ ਅੰਦਰੋਂ ਅਹੰਕਾਰ ਮਿਟ ਗਿਆ। ਹੰਕਾਰ ਗੁਰੂ ਦੇ ਦਰ ਤੇ ਆ ਕੇ ਮਿਟਦਾ ਹੈ। ਉਵੇਂ ਅਸੀਂ ਜੋ ਕਰਮ ਕਰਦੇ ਹਾਂ, ਗੁਰਬਾਣੀ 'ਚ ਸਤਿਗੁਰੂ ਜੀ ਨੇ ਇੱਕ ਗੱਲ ਕਹੀ ਹੈ, ਕੱਲ ਤਾਤੀ ਠੰਡਾ ਹਰ ਨਾਉ। ਇਹ ਦੁਨੀਆ ਦੀ ਹਰ ਚੀਜ਼ ਜਿਹੜੀ ਹੈ ਉਹ ਤਤੀ ਹੈ। ਤਤੀ ਦਾ ਅਰਥ ਹੈ ਕਿ ਮਨੁੱਖ ਦੇ ਅੰਦਰ ਤਪਸ ਪੈਦਾ ਕਰਦੀ, ਹੰਕਾਰ ਪੈਦਾ ਕਰਦੀ ਹੈ। ਧਨ ਦੌਲਤ ਰਿੱਧੀਆਂ ਸਿੱਧੀਆਂ ਜੋ ਕੁਝ ਵੀ ਹੈ ਉਹ ਮਨੁੱਖ ਦੇ ਅੰਦਰ ਹੰਕਾਰ ਪੈਦਾ ਕਰਦਾ ਹੈ। ਗੁਰੂ ਬਾਬਾ ਜੀ ਕਹਿੰਦੇ ਜਦੋਂ ਬੰਦਾ ਗੁਰੂ ਦੀ ਮਤ ਗ੍ਰਹਿਣ ਕਰਦਾ ਹੈ ਉਹ ਫਿਰ ਆਪਣੀ ਮਨਮਤ ਨੂੰ ਤਿਆਗ ਦਿੰਦਾ ਹੈ। ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਹੀ ਗੁਰਮਤਿ ਨੇ ਦਿੱਤਾ ਹੈ ਕਿ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤਰਾਈ। ਜਗਿਆਸੂ ਸਤਿਗੁਰੂ ਜੀ ਦੇ ਕੋਲ ਬੇਨਤੀ ਕਰਦਾ ਕਿ ਪਾਤਸ਼ਾਹ ਅਸੀਂ ਕੋਈ ਪ੍ਰਮਾਤਮਾ ਦੇ ਬਣਾਏ ਉਹਦੇ ਬੱਚੇ ਆ, ਪਰ ਤੁਸੀਂ ਮੇਰੇ ਗੁਰੂ ਹੋ। ਮੈਂ ਬੇਨਤੀ ਕਰਦਾ ਕਿ ਮੈਨੂੰ ਉਹ ਮੱਤ ਦਿਓ, ਉਹ ਉਪਦੇਸ਼ ਦਿਓ, ਉਹ ਬਖਸ਼ਿਸ਼ ਕਰੋ ਕਿ ਮੈਂ ਜ਼ਿੰਦਗੀ ਅੰਦਰ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਵਾਂ। ਤੁਹਾਡੇ ਪੈਰ ਧੋਵਾਂਗਾ, ਪੜੋਸਾਂਗਾ, ਸੇਵਾ ਕਰਾਂਗਾ, ਸਭ ਕੁਝ ਕਰਾਂਗਾ, ਪਰ ਮੈਨੂੰ ਉਹ ਗਿਆਨ ਦੇ ਦਿਓ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਬਚਨ ਅੰਕਿਤ ਨੇ, ਗੁਰਮੁਖ ਤੇ ਸੇਵਕ ਦਾ ਸੰਵਾਦ। ਗੁਰੂ ਕੋਲ ਸੇਵਕ ਬੇਨਤੀ ਕਰਦਾ ਹੈ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ। ਐ ਮੇਰੇ ਮਿੱਤਰ ਸਤਿਗੁਰੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾ ਕੇ ਇਹ ਗੱਲ ਕਰਦਾ ਕਿ ਇੱਕੋ ਹੀ ਪ੍ਰਮਾਤਮਾ ਦੇ ਇਸ ਬੱਚੇ ਆ, ਤੁਸੀਂ ਮੇਰੇ ਗੁਰੂ ਹੋ।
ਇਹਨੂੰ ਉਸ ਪਰਮਾਤਮਾ ਦੇ ਦੀਦਾਰ ਕਰਾ ਦਿਓ। ਸੁਣ ਮੀਤਾ ਧੂਰੀ ਕੋ ਬਲ ਜਾਈ, ਪਾਮ ਮਲੋਵਾ ਮਲ ਮਲ ਧੂਵਾ, ਇਹ ਮਨ ਤੈ ਕੁਦੇਸਾ। ਸੁਣ ਮੀਤਾ ਹੁਣ ਤੇਰੀ ਸਰਨਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾ। ਐ ਮਿੱਤਰ ਤੇਰੇ ਪੈਰ ਪਲੋਸਦਾ ਹਾਂ, ਮਲ ਮਲ ਕੇ ਧੋਂਦਾ, ਤੇਰੀ ਸ਼ਰਨ ਚ ਮੈਂ ਬੇਨਤੀ ਕਰ ਰਿਹਾ, ਮੈਨੂੰ ਉਹ ਉਪਦੇਸ਼ ਦੇ ਕਿ ਮੈਨੂੰ ਪਰਮਾਤਮਾ ਮਿਲ ਪਵੇ। ਤੇ ਸਤਿਗੁਰੂ ਜੀ ਨੇ ਉਪਦੇਸ਼ ਕੀ ਦਿੱਤਾ? ਸਤਿਗੁਰੂ ਸਾਹਿਬ ਜੀ ਕਹਿੰਦੇ ਮਾਨ ਨਾ ਕੀਜੈ, ਸ਼ਰਨ ਪਰੀਜੈ, ਕਰੇ ਸੋ ਭਲਾ ਮਨਾਈਐ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਉਸ ਹਰ ਜੀਓ ਦੇ ਦੀਦਾਰ ਕਰਨ ਦਾ ਤਰੀਕਾ ਹੈ ਕਿ ਮਾਣ ਨਾ ਕਰ, ਹਿਰਦੇ ਵਿੱਚ ਮਾਣ ਨਾ ਕਰ, ਉਹਦੀ ਸ਼ਰਨ 'ਚ ਡਿੱਗ ਪੈ। ਜੋ ਕੁਝ ਕਰਦਾ ਉਹਨੂੰ ਭਲਾ ਕਰਕੇ ਮੰਨ, ਭਾਵ ਉਹਦੀ ਰਜ਼ਾ 'ਚ, ਉਹਦੇ ਭਾਣੇ 'ਚ ਆ ਜਾ। ਜਦੋਂ ਤੈਨੂੰ ਉਹਦੀ ਰਜ਼ਾ ਮਿੱਠੀ ਲੱਗਣ ਲੱਗ ਪਈ, ਤੈਨੂੰ ਨਾਮ ਹੀ ਮਿੱਠਾ ਲੱਗਣ ਲੱਗ ਪਏਗਾ। ਜਿਹਨੂੰ ਪ੍ਰਮਾਤਮਾ ਦਾ ਨਾਮ ਮਿੱਠਾ ਲੱਗੇਗਾ, ਪਰਮਾਤਮਾ ਕਿਉਂ ਨਹੀਂ ਉਹਦੇ ਤੇ ਬਖਸ਼ਿਸ਼ ਕਰੇਗਾ? ਮਸਲਾ ਇਹ ਹੈ ਕਿ ਸਾਨੂੰ ਨਾਮ ਮਿੱਠਾ ਹੀ ਨਹੀਂ ਲੱਗਦਾ। ਨਾਮ ਮਿੱਠਾ ਨਾ ਲੱਗਣ ਦਾ ਕਾਰਨ ਇਹ ਹੈ ਕਿ ਸਾਡੇ ਅੰਦਰ ਅਹੰਕਾਰ ਹੈ। ਬੰਦਾ ਅੰਦਰੋਂ ਰੋਗੀ ਹੋਵੇ ਨਾ, ਰੋਗੀ ਬੰਦੇ ਨੂੰ ਪਾਣੀ ਵੀ ਸਵਾਦ ਨਹੀਂ ਲੱਗਦਾ, ਕੋਈ ਭੋਜਨ ਖਾਏ ਉਹ ਸਵਾਦ ਨਹੀਂ ਲੱਗਦਾ। ਡਾਕਟਰ ਸਾਹਿਬ ਕਹਿੰਦੇ ਤੇਰੇ ਅੰਦਰ ਕੋਈ ਰੋਗ ਹੈ, ਤੈਨੂੰ ਤਾਂ ਇਹ ਖਾਧਾ ਪੀਤਾ ਚੰਗਾ ਨਹੀਂ ਲੱਗਦਾ, ਸਵਾਦ ਨਹੀਂ ਲੱਗਦਾ, ਤੈਨੂੰ ਭੁੱਖ ਨਹੀਂ ਲੱਗਦੀ। ਡਾਕਟਰ ਸਾਹਿਬ ਉਹ ਰੋਗ ਦੂਰ ਕਰਨ ਦੀ ਦਵਾਈ ਦਿੰਦੇ ਨੇ। ਰੋਗ ਦੂਰ ਹੋ ਜਾਏ ਫਿਰ ਭੋਜਨ ਪਾਣੀ ਠੀਕ ਲੱਗਣਾ ਸ਼ੁਰੂ ਹੋ ਜਾਂਦਾ, ਅਸੀਂ ਸਵਾਦ ਨਾ ਖਾਂਦੇ ਹਾਂ। ਬਿਲਕੁਲ ਇਸ ਤਰ੍ਹਾਂ ਜੇ ਸਾਨੂੰ ਨਾਮ ਮਿੱਠਾ ਨਹੀਂ ਲੱਗਦਾ ਤੇ ਸਤਿਗੁਰੂ ਜੀ ਕਹਿੰਦੇ ਅੰਦਰ ਕੋਈ ਰੋਗ ਹੈ। ਜਦੋਂ ਉਹ ਰੋਗ ਮਿਟੇਗਾ ਸਾਨੂੰ ਨਾਮ ਮਿੱਠਾ ਲੱਗੇਗਾ। ਗੁਰਬਾਣੀ ਦਾ ਬਚਨ ਕਿ ਸਾਧ ਕੇ ਸੰਗ ਲਗੇ ਪ੍ਰਭ ਮੀਠਾ, ਗੁਰੂ ਕੀ ਹਜ਼ੂਰੀ ਚ ਆ ਕੇ ਸਾਨੂੰ ਨਾਮ ਮਿੱਠਾ ਲੱਗਦਾ। ਭਾਵ ਸਾਡੇ ਅੰਦਰੋਂ ਰੋਗ ਹੰਕਾਰ ਦਾ ਮਿਟਦਾ, ਹਉਮੈ ਵਿੱਚੋਂ ਜਾਏ, ਅੰਦਰੋਂ ਅਹੰਕਾਰ ਮਿਟਦਾ। ਜਦੋਂ ਅਹੰਕਾਰ ਮਿਟ ਜਾਏ, ਬੰਦਾ ਆਪਣਾ ਆਪ ਛੱਡ ਕੇ ਸਮਰਪਣ ਕਰਕੇ ਵਾਹਿਗੁਰੂ ਜੀ ਦੇ ਚਰਨਾਂ 'ਚ ਡਿੱਗ ਪਿਓ ਦੀ ਰਜਾ 'ਚ ਆ ਜਾਏ, ਫਿਰ ਜਮ ਡੰਡ ਨਾ ਲੱਗੇ। ਮਨੁੱਖ ਨੂੰ ਜਮਾਂ ਦਾ ਕੋਈ ਡੰਡ ਨਹੀਂ ਵਿਆਪਦਾ। ਇਹ ਜਮਾਂ ਦਾ ਡੰਡ ਕੋਈ ਇਹ ਜ਼ਿੰਦਗੀ ਤੋਂ ਬਾਅਦ ਹੀ ਨਹੀਂ ਹੈ, ਬਾਅਦ 'ਚ ਕੀ ਹੈ ਤੇ ਵਾਹਿਗੁਰੂ ਜੀ ਜਾਣਦੇ ਨੇ। ਐਸ ਜ਼ਿੰਦਗੀ 'ਚ ਹੀ ਬੰਦਾ ਜਮਾਂ ਦੇ ਅਧੀਨ ਤੁਰਿਆ ਫਿਰਦਾ ਹੈ, ਐਸ ਜ਼ਿੰਦਗੀ 'ਚ ਹੀ ਜਮਾਂ ਦੀ ਡੰਡ ਨੂੰ ਸਹਾਰੀ ਜਾਂਦਾ ਹੈ। ਦੇਖੋ ਨਾ ਕਿੰਨੇ ਸਾਡੀ ਜ਼ਿੰਦਗੀ 'ਚ ਸੰਤਾਪ ਨੇ, ਕਿੰਨੇ ਦੁੱਖ ਨੇ, ਕਿੰਨੀਆਂ ਚਿੰਤਾਵਾਂ ਨੇ, ਇਹੀ ਤੇ ਜਮ ਡੰਡ ਹੈ। ਜੇ ਅਸੀਂ ਹੁਣ ਦੁਖੀ ਹਾਂ, ਕੋਈ ਸਾਨੂੰ ਇਹ ਲਾਰਾ ਲਾਏ ਕਿ ਇਹ ਸਰੀਰ ਤਿਆਗਣ ਤੋਂ ਬਾਅਦ ਤੁਸੀਂ ਸੁਖੀ ਹੋ ਜਾਓਗੇ, ਤੇ ਉਹ ਸੁੱਖ ਅਸੀਂ ਕਰਨਾ ਵੀ ਕੀ ਹੈ? ਲੋੜ ਤੇ ਹੁਣ ਸੁੱਖ ਦੀ ਹੈ। ਹੁਣ ਅਸੀਂ ਚਿੰਤਾ ਵਿੱਚ ਹਾਂ, ਹੁਣ ਅਸੀਂ ਦੁੱਖਾਂ ਵਿੱਚ ਹਾਂ, ਹੁਣ ਅਸੀਂ ਪਰੇਸ਼ਾਨੀਆਂ 'ਚ ਫਸੇ ਬੈਠੇ ਹਾਂ, ਸਾਡੇ ਅੰਦਰ ਡਰ ਹੈ, ਸਹਿਮ ਹੈ, ਤੇ ਇਹੀ ਤੇ ਜਮਾਂ ਦਾ ਡੰਡ ਹੈ। ਚਿੰਤਾ ਇੱਕ ਬਹੁਤ ਵੱਡਾ ਰੋਗ ਹੈ। ਹੁਣ ਜਿਸ ਮਨੁੱਖ ਦੇ ਅੰਦਰ ਚਿੰਤਾ ਹੈ, ਬਈ ਉਦੋਂ ਵੱਡਾ ਜਮ ਡੰਡ ਕੀ ਹੋਣਾ ਹੈ? ਚਿੰਤਾ ਅੱਗ ਦੀ ਨਹੀਂ ਹੈ, ਸਾੜਦੀ ਹੈ। ਆਮ ਪਰਲੋਕ ਦੀ ਗੱਲ ਕਰਨ ਵਾਲੇ ਇਹ ਗੱਲ ਕਹਿੰਦੇ ਨੇ ਕਿ ਬੰਦੇ ਨੂੰ ਨਰਕਾਂ 'ਚ ਸਾੜਿਆ ਜਾਂਦਾ ਹੈ। ਵੈਸੇ ਪਰਮਾਤਮਾ ਬਹੁਤ ਦਿਆਲੂ ਹੈ। ਪਰਮਾਤਮਾ ਸਾਡੇ ਔਗਣ ਦੇਖਦਾ ਹੋਇਆ ਵੀ ਫਿਰ ਵੀ ਸਾਨੂੰ ਅੰਡਿਠ ਕਰ ਦਿੰਦਾ, ਮਾਫ ਕਰ ਦਿੰਦਾ। ਉਹ ਸਦ ਬਖਸ਼ਿੰਦ ਸਦਾ ਮਿਹਰਬਾਨ ਹੈ। ਲੇਕਿਨ ਪ੍ਰਮਾਤਮਾ ਦੇ ਪ੍ਰਥਾਏ ਇਹ ਕਹਾਣੀਆਂ ਅਸੀਂ ਸੁਣਦੇ ਹਾਂ, ਕਹਿੰਦੇ ਨੇ ਲੋਕ ਪ੍ਰਮਾਤਮਾ ਤੁਹਾਨੂੰ ਦੰਡ ਦੇਵੇਗਾ, ਸਜ਼ਾ ਦੇਵੇਗਾ, ਅੱਗ ਵਿੱਚ ਸਾੜੇਗਾ, ਨਰਕਾਂ ਦੀ ਅੱਗ ਵਿੱਚ ਸਾੜੇਗਾ। ਉਹ ਜ਼ਿੰਦਗੀ 'ਚ ਕੀ ਵਾਪਰਨਾ ਤੇ ਉੱਥੇ ਜਿਹੜਾ ਗਿਆ ਉਹਨੂੰ ਪਤਾ ਹੈ। ਜਿਹੜੇ ਗਏ ਉਹ ਆਏ ਨਹੀਂ, ਜਿਹੜੇ ਇੱਥੇ ਨੇ ਉਹ ਜਾ ਨਹੀਂ ਸਕਦੇ, ਜੇ ਚਲੇ ਗਏ ਤਾਂ ਆ ਨਹੀਂ ਸਕਦੇ। ਲੇਕਿਨ ਜਿਹੜੀ ਇਹ ਜ਼ਿੰਦਗੀ 'ਚ ਅੱਗ ਵਾਪਰੀ ਹੈ, ਇਹ ਜ਼ਿੰਦਗੀ 'ਚ ਅੰਤਰ ਤ੍ਰਿਸ਼ਨਾ ਅੱਗ, ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ। ਸਾਡੀ ਜ਼ਿੰਦਗੀ 'ਚ ਇੱਕ ਅੱਗ ਨਹੀਂ ਹੈ। ਕਾਇਆ ਆਹਰਣ ਮਨ ਵਿੱਚ ਲੋਹਾ, ਪੰਚ ਅਗਨ ਤੇ ਤ ਲਾਗ ਰਹੀ। 5 ਤਰ੍ਹਾਂ ਦੀ ਅੱਗ ਤੇ ਹੁਣ ਸਾਡੀ ਜ਼ਿੰਦਗੀ 'ਚ ਬਲ ਰਹੀ ਹੈ। ਕ੍ਰੋਧ ਦੀ ਅੱਗ ਹੈ, ਕਾਮ ਦੀ ਅੱਗ ਹੈ, ਤ੍ਰਿਸ਼ਨਾ ਦੀ ਅੱਗ ਹੈ, ਹੰਕਾਰ ਦੀ ਅੱਗ ਹੈ, ਪਤਾ ਨਹੀਂ ਕਿੰਨੀਆਂ ਕੁ ਅੱਗਾਂ ਨੇ। ਇਹ ਤੇ ਦੁਨੀਆ ਸੜ ਰਹੀ। ਜਿਹੜੀ ਗੱਲ ਬਾਬਾ ਫਰੀਦ ਸਾਹਿਬ ਜੀ ਨੇ ਕਹੀ ਸੀ ਕਿ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਇਆ ਜਗ, ਉੱਚੈ ਚੜ ਕੇ ਦੇਖਿਆ ਘਰ ਘਰ ਇਹਾ ਅੱਗ। ਹਰ ਮਨੁੱਖ ਦੇ ਅੰਦਰ ਅੱਗ ਬਲ ਰਹੀ ਹੈ। ਬਾਹਰੋਂ ਭਾਵੇਂ ਮੇਰੇ ਵਰਗੇ ਨੇ ਚਿੱਟੇ ਕੱਪੜੇ ਪਾਏ ਹੋਣ, ਪਰ ਅੰਦਰ ਅੱਗ ਬਲਦੀ ਹੈ। ਅੰਦਰ ਹੰਕਾਰ ਹੈ, ਅੰਦਰ ਕ੍ਰੋਧ ਹੈ, ਤ੍ਰਿਸ਼ਨਾ ਹੈ, ਬਹੁਤ ਕੁਝ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਕੋਈ ਮਨੁੱਖ
ਗੁਰੂ ਦੇ ਰਾਹੀਂ ਆਪਣੇ ਅੰਦਰੋਂ ਅਹੰਕਾਰ ਨੂੰ ਛੱਡ ਦਿੰਦਾ ਹੈ, ਮਨ ਦੀ ਮਤ ਨੂੰ ਤਿਆਗ ਦਿੰਦਾ ਹੈ, ਰੱਬ ਦੀ ਰਜ਼ਾ ਚ ਆ ਜਾਂਦਾ ਹੈ। ਫਿਰ ਗੁਰਮੁਖ ਜਮ ਡੰਡ ਨਾ ਲੱਗੇ, ਉਹਨੂੰ ਕੋਈ ਜਮ ਡੰਡ ਨਹੀਂ ਵਿਆਪਦਾ। ਜੇ ਗੁਰੂ ਕੀ ਹਜ਼ੂਰੀ ਚ ਨਹੀਂ ਆਏ, ਸਾਖਤ ਹਰ ਸਾਧ ਨ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਜਿਉਂ ਜਿਉਂ ਬੰਦਾ ਤੁਰਦਾ ਹੈ ਨਾ, ਉਹਨੂੰ ਜ਼ਿਆਦਾ ਦੁੱਖ ਲੱਗਦਾ, ਸਗੋਂ ਜਮਾਂ ਦਾ ਡੰਡਾ ਉਸ ਨੂੰ ਵਿਆਪਦਾ ਰਹਿੰਦਾ। ਗੁਰਦੇਵ ਕਹਿੰਦੇ ਜਦੋਂ ਗੁਰੂ ਕੋਲ ਆ ਕੇ ਹਉਮੈ ਵਿੱਚੋਂ ਜਾਏ, ਫਿਰ ਜਮ ਡੰਡ ਨਹੀਂ ਲੱਗਦਾ, ਬੰਦਾ ਰਜਾ ਚ ਆ ਜਾਂਦਾ। ਨਾਨਕ ਸੇਵਕ ਸੋਈ ਆਖੀਐ, ਜੇ ਸੱਚ ਰਹਿ ਲਿਵ ਲਾਇ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਸੇਵਕ ਤੇ ਉਹ ਹੁੰਦਾ ਜਿਹਦੀ ਹਰ ਵੇਲੇ ਸੱਚ ਦੇ ਨਾਲ ਹੀ ਲਿਵ ਲੱਗੀ ਰਹਿੰਦੀ ਹੈ, ਹਰ ਵੇਲੇ ਜਿਹੜਾ ਸੱਚ ਨਾਲ ਜੁੜਿਆ ਰਹਿੰਦਾ, ਸੱਚ ਨੂੰ ਕਦੀ ਜਿਹੜਾ ਤਿਆਗਦਾ ਨਹੀਂ, ਸੇਵਕ ਉਹ ਹੈ। ਸਤਿਗੁਰੂ ਜੀ ਨੇ ਗੱਲ ਸੇਵਕ ਦੀ ਕਰਦਿਆਂ ਕਹੀ ਹੈ ਕਿ ਅਸੀਂ ਜੋ ਕੁਝ ਕਰਦੇ, ਚਲਾਈਆਂ ਚਲਾਕੀਆਂ ਚਤਰਾਈਆਂ ਸਿਆਣਪਾਂ ਹੁਜਤਾਂ, ਇਹ ਰੱਬ ਦੇ ਦਰ ਤੇ ਨਹੀਂ ਚੱਲਣੀਆਂ। ਰੱਬ ਬੇਪਰਵਾਹ ਹੈ, ਰੱਬ ਬੇਮੁਹਤਾਜ ਹੈ। ਰੱਬ ਜਿਹੜਾ ਹੈ ਉਹਦੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਤਰੀਕਾ ਕਿ ਅਹੰਕਾਰ ਤੋਂ ਰਹਿਤ ਹੋ ਕੇ ਉਹਦੀ ਚਰਨ ਸਰਨ 'ਚ ਡਿੱਗ ਪਈਏ। ਹੰਕਾਰ ਤੋਂ ਰਹਿਤ ਹੋਣ ਦੇ ਲਈ ਗੁਰੂ ਦਾ ਮਾਰਗ ਹੈ। ਜਿਹੜੇ ਗੁਰੂ ਦੇ ਮਾਰਗ ਤੇ ਚੱਲਦੇ ਨੇ ਉਹਨਾਂ ਨੂੰ ਜਮ ਡੰਡ ਨਹੀਂ ਲੱਗਦਾ। ਸਤਿਗੁਰੂ ਜੀ ਨੇ ਫਿਰ ਬਚਨ ਕਹੇ, ਜਾਤ ਦੋ ਦਾਤ ਜੋਤ ਸਭ ਸੂਰਤ ਤੇਰੀ। ਹੇ ਵਾਹਿਗੁਰੂ ਜੀਓ, ਅੱਜ ਜੋ ਕੁਝ ਮੇਰੀ ਜ਼ਿੰਦਗੀ 'ਚ ਹੈ ਨਾ, ਇਹ ਤੁਹਾਡਾ ਹੀ ਦਿੱਤਾ ਹੈ, ਤੁਹਾਡੀਆਂ ਦਾਤਾਂ ਨੇ। ਜੋਤ ਦਰਤ ਕੇ ਮੇਰੇ ਅੰਦਰ ਜਿਹੜੇ ਪ੍ਰਾਣ ਨੇ, ਸੂਰਤ ਅਰਥ ਕੇ ਮੇਰੀ ਜਿਹੜੀ ਇਹ ਸ਼ਕਲ ਹੈ ਜਾਂ ਸਰੀਰ ਹੈ, ਇਹ ਮੇਰਾ ਜੀਓ ਤੇ ਪਿੰਡ ਜਿਹੜਾ ਹੈ, ਇਹ ਤੁਹਾਡੀ ਦਿੱਤੀ ਹੋਈ ਮੈਨੂੰ ਦਾਤ ਹੈ। ਬਹੁਤ ਸਿਆਣਪ ਹਉ ਮੈਂ ਮੇਰੀ, ਪਰ ਮੈਂ ਸਿਰਫ ਨਾ ਸਿਆਣਪਾਂ 'ਚ ਪੈ ਕੇ ਹੰਕਾਰ ਹੀ ਕਰ ਰਿਹਾ ਹਾਂ, ਮੈਂ ਮੇਰੀ 'ਚ ਮੈਂ ਪੈ ਗਿਆ। ਇਹ ਸਰੀਰ ਤੁਹਾਡਾ, ਗੁਰੂ ਕੇ ਬਚਨ ਪੜ੍ਹਦੇ, ਜੀਓ ਪਿੰਡ ਜਿਨ ਸਾਜਿਆ ਦਿੱਤਾ ਪਹਿਨਨ ਖਾਣ, ਆਪਣੇ ਦਾਸ ਕੀ ਆ ਪੈਜ ਰਾਖੀ, ਜਨ ਨਾਨਕ ਸਦ ਕੁਰਬਾਨ। ਉਹ ਜਿਸ ਪ੍ਰਮਾਤਮਾ ਨੇ ਸਾਡਾ ਸਰੀਰ ਬਣਾਇਆ, ਜਿਸ ਪ੍ਰਮਾਤਮਾ ਨੇ ਅੰਦਰ ਪ੍ਰਾਣ ਪਾਏ ਨੇ, ਇਹ ਤੇ ਉਹਦਾ ਹੀ ਹੈ ਸਭ ਕੁਝ, ਸਾਡਾ ਕੀ ਹੈ। ਸਾਹਿਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ, ਇਹ ਸੂਰਤ ਇਹ ਜੋਤ ਤੁਹਾਡੀ ਦਿੱਤੀ ਹੋਈ ਦਾਤ ਹੈ, ਪਰ ਮੈਂ ਤਾਂ ਸਿਰਫ ਨਾ ਸਿਆਣਪ ਹੀ ਵਰਤਦਾ, ਹੰਕਾਰ ਕਰਦਾ, ਮੈਂ ਮੇਰੀ 'ਚ ਪਿਆ ਹੋਇਆ। ਉਹ ਕਰਮ ਕਮਾਵੈ ਲੋਭ ਮੋਹ ਵਿਆਪੈ, ਹਉਮੈ ਕਦੇ ਨਾ ਚੂਕੈ ਫੇਰੇ। ਹੇ ਪ੍ਰਮਾਤਮਾ ਜੀ, ਮੈਂ ਤੇ ਜ਼ਿੰਦਗੀ 'ਚ ਬੜੇ ਆਪਣੇ ਆਪ ਨੂੰ ਕਰਮ ਕਮਾਉਣ ਵਾਲਾ ਸਮਝਦਾ ਹਾਂ, ਪਰ ਮੇਰੇ ਜਿੰਨੇ ਕਰਮ ਨੇ ਉਹਨਾਂ 'ਚ ਲੋਭ ਹੈ, ਮੋਹ ਹੈ, ਹੰਕਾਰ ਹੈ। ਮੇਰੇ ਅੰਦਰੋਂ ਅਹੰਕਾਰ ਕਦੀ ਮਿਟਦਾ ਹੀ ਨਹੀਂ ਹੈ। ਇਸ ਹੰਕਾਰ ਕਰਕੇ ਨਾ ਆਉਣ ਜਾਣ ਦਾ ਗੇੜ ਬਣਿਆ ਹੋਇਆ, ਭਰਮ ਭਟਕਣਾ ਬਣੀ ਹੋਈ ਹੈ। ਸਭ ਕੁਝ ਆਪ ਜੀ ਦਾ, ਹੰਕਾਰ ਮੈਂ ਕਰੀ ਜਾਂਦਾ ਹਾਂ। ਸਤਿਗੁਰੂ ਸਾਹਿਬ ਜੀ ਕਹਿੰਦੇ ਇਹੀ ਕਾਰਨ ਹੈ ਕਿ ਹਉਮੈ ਕਦੇ ਨਾ ਚੂਕੈ ਫੇਰੀ। ਮੇਰੇ ਅੰਦਰੋਂ ਕਦੀ ਅਹੰਕਾਰ ਨਹੀਂ ਮਿਟਦਾ, ਤੇ ਹੰਕਾਰ ਕਰਕੇ ਮੈਨੂੰ ਜੋ ਭਰਮ ਭਟਕਣਾ ਬਣੀ ਹੋਈ ਹੈ ਉਹ ਵੀ ਨਹੀਂ ਮੁੱਕਦੀ। ਹੰਕਾਰ ਕਰਕੇ ਮੈਂ ਜਮਦਾ ਮਾਰਿਆ ਹਾਂ। ਨਾਨਕ ਆਪ ਕਰਾਏ ਕਰਤਾ, ਜੋ ਤਿਸ ਭਾਵੈ ਸਾਈ ਗੱਲ ਚੰਗੇਰੀ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਪਰਮਾਤਮਾ ਜਿਸ ਮਨੁੱਖ ਤੇ ਕਿਰਪਾ ਕਰ ਦੇਵੇ, ਗੁਰੂ ਕੀ ਹਜ਼ੂਰੀ ਚ ਆ ਜਾਏ ਨਾ, ਉਹ ਫਿਰ ਰੱਬ ਦੀ ਰਜ਼ਾ ਨੂੰ ਸਮਝ ਲੈਂਦਾ ਕਿ ਭਾਈ ਸਾਨੂੰ ਜ਼ਿੰਦਗੀ ਰੱਬ ਨੇ ਦਿੱਤੀ ਹੈ, ਅਸੀਂ ਦੇਖਦੇ ਹਾਂ, ਸੁਣਦੇ ਹਾਂ, ਬੋਲਦੇ ਹਾਂ, ਉਹਦੀ ਕਿਰਪਾ ਸਦਕਾ। ਗੁਰੂ ਕਾ ਇੱਕ ਅੰਮ੍ਰਿਤ ਬਚਨ ਹੈ ਕਿ ਉਹ ਪਰਮਾਤਮਾ ਜਿਹੜਾ ਹੈ ਨਾ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਨ ਆਖੇ ਸਭ ਜਾਏ। ਜਿਸ ਪਰਮਾਤਮਾ ਨੇ ਕੰਨ ਬਣਾਏ, ਕੰਨਾਂ ਵਿੱਚ ਸੁਣਨ ਦੀ ਸਮਰੱਥ ਰੱਖੀ, ਉਹਦੀ ਕਿਰਪਾ ਹੀ ਹੈ ਨਾ। ਅੱਖਾਂ ਦਿੱਤੀਆਂ ਨੇ, ਅਸੀਂ ਦੇਖ ਰਹੇ ਹਾਂ, ਜਿਹਵਾ ਸਾਨੂੰ ਬੋਲਣ ਲਈ ਦਿੱਤੀ ਹੈ। ਉਹ ਪਰਮਾਤਮਾ ਹੀ ਜਗਤ ਨੂੰ ਚਲਾ ਰਿਹਾ ਹੈ। ਜਦੋਂ ਬੰਦੇ ਦੀ ਹਉਮੈ ਨਿਵਰਤ ਹੁੰਦੀ ਹੈ, ਫਿਰ ਉਹਨੂੰ ਪਤਾ ਲੱਗਦਾ ਵੀ ਜੋ ਪਰਮਾਤਮਾ ਕਰਦਾ ਉਹ ਠੀਕ ਕਰਦਾ ਹੈ। ਸਾਡੀਆਂ ਸਿਆਣਪਾਂ ਚਲਾਕੀਆਂ ਚਤਰਾਈਆਂ ਕਿਸੇ ਅਰਥ ਨਹੀਂ ਹੈ। ਦੇਖੋ, ਸੁਖੀ ਹੋਣ ਦਾ ਤਰੀਕਾ ਗੁਰਮਤਿ ਨੇ ਦਿੱਤਾ ਹੈ ਕਿ ਆਪਣੀਆਂ ਇਹ ਚਤਰਾਈਆਂ ਚਲਾਕੀਆਂ ਛੱਡ ਕੇ ਨਾ ਰੱਬ ਦੇ ਭਾਣੇ ਵਿੱਚ ਆ ਜਾਏ। ਗੁਰੂ ਕੀ ਬਾਣੀ ਕਹਿੰਦੀ, ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ। ਜਿਨ੍ਹਾਂ ਨੂੰ ਰੱਬੀ ਹੁਕਮ ਦੀ ਸੋਝੀ ਹੋ ਜਾਂਦੀ ਹੈ ਨਾ, ਉਹ ਕਦੀ ਦੁਖੀ ਨਹੀਂ ਹੁੰਦੇ। ਪਰ ਜਿਨ੍ਹਾਂ ਨੇ ਹੁਕਮ ਨੂੰ ਨਹੀਂ ਪਛਾਣਿਆ,
ਗੁਰੂ ਕਹੋ ਵੀ ਬਚਨ ਕੇ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹ ਭੀੜੈ ਅੱਗੇ ਜਾਵਣਾ। ਜੇ ਬੰਦਾ ਮਨ ਪਾਉਂਦੇ ਹੁਕਮ ਹੀ ਕਰਦਾ ਰਿਹਾ ਤੇ ਸਤਿਗੁਰੂ ਜੀ ਕਹਿੰਦੇ ਫਿਰ ਬੜੇ ਭੀੜੇ ਰਸਤੇ ਥਾਣੀ ਗੁਜ਼ਰਨਾ ਪੈਂਦਾ। ਭੀੜਾ ਰਸਤਾ ਕੀ ਹੈ? ਜਿਸ ਬੰਦੇ ਨੂੰ ਹੁਕਮ ਕਰਨ ਦੀ ਆਦਤ ਹੋਏ ਨਾ ਕਿ ਮੇਰਾ ਹੀ ਹੁਕਮ ਚੱਲੀ ਜਾਏ, ਹੁਕਮ ਚੱਲੀ ਜਾਏ, ਜਦੋਂ ਕਿਤੇ ਉਹਦੇ ਉੱਪਰ ਕਿਸੇ ਦਾ ਹੁਕਮ ਚੱਲਦਾ ਬੜਾ ਦੁਖੀ ਹੁੰਦਾ ਹੈ, ਉਹਨੂੰ ਸਹਾਰਨਾ ਬੜਾ ਔਖਾ ਹੋ ਜਾਂਦਾ, ਬੜੀ ਬੜੀ ਬੇਇੱਜ਼ਤੀ ਮਹਿਸੂਸ ਕਰਦਾ ਉਹ। ਇਹ ਭੀੜਾ ਰਸਤਾ ਹੀ ਹੈ ਕਿ ਅਸੀਂ ਜੋ ਕਰਦੇ ਹਾਂ ਸਾਡੀ ਮਰਜ਼ੀ ਨਾ ਚੱਲੇ, ਅਸੀਂ ਮਨ ਕਰਕੇ ਮੰਨਣਾ ਨਹੀਂ ਚਾਹੁੰਦੇ ਪਰ ਮਜਬੂਰਨ ਸਾਨੂੰ ਉਹ ਮੰਨਣਾ ਪੈ ਰਿਹਾ। ਇਹ ਹੈ ਭੀੜਾ ਰਸਤਾ, ਇਹ ਹੈ ਤੰਗ ਗਲੀ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿੰਨੇ ਮਨ ਭਾਉਂਦੇ ਹੁਕਮ ਕੀਤੇ ਉਹਨੂੰ ਤੇ ਫਿਰ ਪਛਤਾਉਣਾ ਹੀ ਪਏਗਾ। ਤੇ ਗੁਰਬਾਣੀ ਵਿੱਚ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਰੱਬ ਦੇ ਪਿਆਰੇ ਜਿਹੜੇ ਨੇ ਉਹ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੁੰਦੇ ਹੀ ਉਦੋਂ ਜਦੋਂ ਉਹ ਵਾਹਿਗੁਰੂ ਜੀ ਦੇ ਹੁਕਮ ਨੂੰ ਮੰਨਣ ਵਾਲੇ ਹੁੰਦੇ ਨੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਬਚਨ ਕਹੇ ਨੇ, ਸੋ ਸੇਵਕ ਸੇਵਾ ਕਰੇ ਜਿਸ ਨੂੰ ਆਪ ਕਰਾਏ ਸੀ, ਹੁਕਮ ਨਹੀਂ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜਿਹੜਾ ਬੰਦਾ ਵਾਹਿਗੁਰੂ ਜੀ ਦੇ ਹੁਕਮ ਨੂੰ ਪਛਾਣ ਲੈਂਦਾ ਹੈ ਉਹ ਵਾਹਿਗੁਰੂ ਜੀ ਦੇ ਦਰ ਘਰ 'ਚ ਪ੍ਰਵਾਨ ਹੋ ਜਾਂਦਾ ਹੈ, ਪਹੁੰਚ ਜਾਂਦਾ ਹੈ। ਪਰ ਜਿਹਨੇ ਕਦੀ ਹੁਕਮ ਨੂੰ ਨਹੀਂ ਪਛਾਣਿਆ ਸਤਿਗੁਰੂ ਜੀ ਕਹਿੰਦੇ ਉਹ ਦੁਖੀ ਹੁੰਦਾ, ਪਰੇਸ਼ਾਨ ਹੁੰਦਾ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਨਾਨਕ ਆਪ ਕਰਾਏ ਕਰਤਾ, ਜੋ ਤਿਸ ਭਾਵੇ ਸਾਈ ਗੱਲ ਚੰਗੇਰੀ। ਭਈ ਸਾਡਾ ਇਹ ਹੰਕਾਰ ਸਿਆਣਪਾਂ ਕਿਸੇ ਅਰਥ ਨਹੀਂ ਹੈ। ਇਹ ਜੋ ਕੁਝ ਵੀ ਵਾਹਿਗੁਰੂ ਜੀ ਨੇ ਸਰੀਰ ਵੀ ਬਣਾਏ ਨੇ, ਚਲਾ ਵੀ ਵਾਹਿਗੁਰੂ ਜੀ ਸਾਨੂੰ ਰਿਹਾ, ਇਹ ਸਾਰਾ ਜਗਤ ਉਹਦੇ ਭਾਣੇ ਵਿੱਚ ਹੈ। ਗੁਰੂ ਕੇ ਪਵਿੱਤਰ ਬਚਨ ਰੋਜ਼ ਪੜ੍ਹਦੇ, ਹੁਕਮੇ ਅੰਦਰ ਸਭ ਕੋਹ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ। ਇਹ ਸਾਰਾ ਸੰਸਾਰ ਰੱਬ ਦੀ ਰਜ਼ਾ ਵਿੱਚ ਹੈ, ਰੱਬ ਦੇ ਭਾਣੇ ਵਿੱਚ ਹੈ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਜੇ ਕਦੇ ਹੁਕਮ ਨੂੰ ਅਸੀਂ ਪਛਾਣ ਲਈਏ ਫਿਰ ਬੰਦਾ ਹੰਕਾਰ ਦੀ ਗੱਲ ਨਹੀਂ ਕਰਦਾ। ਇਸ ਕਰਕੇ ਉਹ ਕਹਿੰਦਾ ਕਿ ਵਾਹਿਗੁਰੂ ਜੀ ਜੋ ਤੁਹਾਨੂੰ ਚੰਗਾ ਲੱਗਦਾ ਉਹੀ ਠੀਕ ਹੈ, ਜੋ ਤਿਸ ਭਾਵੇ ਸਾਈ ਗੱਲ ਚੰਗੇਰੀ। ਜਪਜੀ ਸਾਹਿਬ ਜੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੱਬ ਦੀ ਇਸ ਸਮੁੱਚੀ ਕੁਦਰਤ ਦਾ ਜ਼ਿਕਰ ਕਰਦੇ ਹਾਂ, ਇਸ ਮਨੁੱਖੀ ਸਮਾਜ ਦੀ ਗੱਲ ਕਰਦੇ ਹਾਂ। ਬੜੇ ਪਿਆਰੇ ਬਚਨ ਜੋ ਅਸੀਂ ਰੋਜ਼ ਪੜ੍ਹਦੇ ਹਾਂ ਕਿ ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਅਸੰਖਾਂ ਰੱਬ ਦੇ ਬਣਾਏ ਉਹ ਜੀਵ ਨੇ ਜਿਹੜੇ ਜਪ ਤਪ ਕਰਦੇ ਨੇ, ਭਾਉ ਭਗਤੀ ਕਰਦੇ ਨੇ, ਧਾਰਮਿਕ ਕਰਮ ਕਰਦੇ ਨੇ। ਪਰ ਸਤਿਗੁਰੂ ਜੀ ਨੇ ਕਹਿਤਾ ਵਾਹਿਗੁਰੂ ਜੀ ਜੋ ਤੁਧ ਭਾਵੇ ਸਾਈ ਭਲੀ ਕਾਰ, ਜੋ ਤੁਹਾਨੂੰ ਠੀਕ ਲੱਗਦਾ ਉਹ ਵਧੀਆ ਹੀ ਹੈ। ਇਹ ਜਗਤ ਤੁਸੀਂ ਬਣਾਇਆ, ਤੁਹਾਡੇ ਬਣਾਏ ਇਹ ਜੀਵ ਨੇ। ਫਿਰ ਬਚਣਗੇ ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਏ। ਅਖੀਰ ਤੇ ਫਿਰ ਬਚਨ ਕੇ ਜੋ ਤੁਧ ਭਾਵੈ ਸਾਈ ਭਲੀ ਕਾਰ। ਅਸੰਖਾਂ ਹੀ ਲੋਕਾਂ ਦੇ ਗਲ ਵੱਢਣ ਵਾਲੇ ਨੇ, ਪਾਪ ਕਰਨ ਵਾਲੇ ਨੇ, ਲੋਕਾਂ ਦਾ ਹੱਕ ਮਾਰਨ ਵਾਲੇ ਨੇ, ਝੂਠ ਬੋਲਣ ਵਾਲੇ ਨੇ, ਨਿੰਦਾ ਕਰਨ ਵਾਲੇ ਨੇ, ਚੋਰੀ ਕਰਨ ਵਾਲੇ ਨੇ, ਅਨੇਕਾਂ ਉਹ ਬੁਰੇ ਕਰਮ ਕਰਨ ਵਾਲੇ ਨੇ। ਪਰ ਸਾਹਿਬ ਜੀ ਕਹਿੰਦੇ ਜੋ ਤੁਧ ਭਾਵੈ ਸਾਈ ਭਲੀ ਕਾਰ। ਇਹ ਜੋ ਕੁਝ ਵੀ ਤੁਸੀਂ ਬਣਾਇਆ ਪ੍ਰਮਾਤਮਾ ਜੋ ਤੁਹਾਨੂੰ ਚੰਗਾ ਲੱਗਦਾ ਉਹ ਠੀਕ ਹੀ ਹੈ। ਤੁਹਾਡੀ ਰਜ਼ਾ, ਤੁਹਾਡਾ ਭਾਣਾ ਜਿਹੜਾ ਨਾ ਉਹੀ ਵਰਤਣਾ ਹੈ। ਤੇ ਜਦੋਂ ਬੰਦਾ ਗੁਰੂ ਦੇ ਦਰ ਤੇ ਆ ਕੇ ਆਪਣੇ ਮਨ ਵਿੱਚੋਂ ਸਿਆਣਪਾਂ ਚਤਰਾਈਆਂ ਛੱਡ ਦਿੰਦਾ ਫਿਰ ਕਹਿੰਦਾ ਜੋ ਤਿਸ ਭਾਵੈ ਸਹੀ ਗੱਲ ਚੰਗੇਰੀ, ਕਿ ਵਾਹਿਗੁਰੂ ਜੀ ਜੋ ਤੁਹਾਨੂੰ ਚੰਗਾ ਲੱਗਦਾ ਨਾ ਉਹੀ ਠੀਕ ਹੈ, ਅਸੀਂ ਤੇ ਕੁਝ ਨਹੀਂ ਕਰ ਸਕਦੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਵਿੱਤਰ ਪੌੜੀ ਹੈ, ਪੌੜੀ ਮਹਿਲਾ ਪੰਜਵਾਂ। ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ। ਸਾਹਿਬ ਕਹਿੰਦੇ ਜਿਸ ਮਨੁੱਖ ਤੇ ਗੁਰੂ ਦੀ ਮਿਹਰ ਹੋ ਗਈ ਨਾ ਉਸ ਮਨੁੱਖ ਵਿੱਚ ਦੀ ਜ਼ਿੰਦਗੀ ਦਾ ਜੋ ਭੋਜਨ ਹੈ ਉਹ ਸੱਚ ਬਣ ਜਾਂਦਾ ਹੈ। ਸੱਚ, ਸੱਚ ਖਾਣ ਦਾ ਅਰਥ ਇਹ ਹੈ ਕਿ ਉਹ ਹਰ ਗੱਲ 'ਚ ਪਰਮਾਤਮਾ ਦਾ ਸ਼ੁਕਰਾਨਾ ਕਰਦਾ। ਉਹ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਹੀ ਉਹਦੀ ਭੁੱਖ ਮਿਟਦੀ ਹੈ। ਦੇਖੋ ਸਰੀਰਕ ਤੌਰ ਤੇ ਜਿਉਂਦੇ ਰਹਿਣ ਦੇ ਲਈ ਭੋਜਨ ਬਹੁਤ ਜ਼ਰੂਰੀ ਹੈ, ਲੇਕਿਨ ਭੋਜਨ ਜਿਹੜਾ ਹੈ ਇਹ ਸਾਡੀ ਜ਼ਿੰਦਗੀ ਦਾ ਆਧਾਰ ਨਹੀਂ ਹੈ। ਆਧਾਰ ਵਾਹਿਗੁਰੂ ਜੀ ਦਾ ਨਾਮ ਹੈ। ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਗਿਆਨ ਹੋ ਗਿਆ ਨਾ ਉਹਨਾਂ ਨੇ ਨਾਮ ਨੂੰ ਹੀ ਭੋਜਨ ਸਮਝ ਲਿਆ ਕਿ ਭੁੱਖ ਜਿਹੜੀ ਸਾਡੀ ਮਿਟਣੀ ਉਹ ਨਾਮ ਨਾਲ ਮਿਟਣੀ ਹੈ। ਗੁਰੂ ਕੇ ਬਚਨ ਕੇ ਰੱਬ ਦਾ ਪਿਆਰਾ ਇਹ ਕਹਿੰਦਾ
हर नाम हमारा भोजन 36 प्रकार, जिद खाए हमको त्रिवत पई। हर नाम हमारा पहनन, जित फिर नंगे ना होवें। होर पहनन की हमारी सरद सब गई। नाम साडा 36 प्रकार का भोजन है। भाव मन की जिहड़ी तृष्णा है वो मुकदी नाम दे रही है। बंदा बहुत तरह तरह के भोजन छकदा है, ज्यों ज्यों छकदा है ना, कई बारी खा खा के शरीर रोगी हो जाता है, पर बंदे की उखाण की भुख नहीं मिटती। तरह तरह के रस कस मानण की भुख नहीं मिटती। सतगुरु साहब जी कहते कि वो जिहड़ी भुख है, जिथों तक ते शरीर की भुख है ना, वो तो 2-3 प्रसादे छक लो मुक जाती है। शरीर की खुराक जिन्नी लोड़ है उन्नी मिल जाए, शरीर तो संतुष्ट हो जाता है। पर उदों अगे जिहड़े ये स्वाद है, शरीर की भुख नहीं, मनुख के मन की भुख है। मनुख तरह तरह के रसां कसां नूं जदों खांदा है, सोचदा इहदे नाल मेरी भुख मिटेगी, रजेवा होएगा। सतगुरु जी कहते वो भुख मिटनी है वाहिगुरु जी के नाम नाल। इसलिए साडे कोल नाम 36 प्रकार का भोजन है, जिन्हों वरतन नाल साडियां भुखां मिट गईयां। गुरु के बचन के साच नाम आधार मेरा, जिन भुखां सब गवाईयां। वाहिगुरु जी का नाम है जिहड़ा साडियां सारियां भुखां नूं मेट सकदा है। हुण भुख कली कोई भोजन खाण दी ही नहीं है, अखां दी भुख देखण दी है। तरह तरह के रंग तमाशे रंग रूप नूं देखदी है। कन्नां दी भुख सुणन दे लई है, ये अपना जस सुनना चाहुंदा है मनुख। मनुख कई तरह दीयां होर दुनियावी गल्लां सुन सुन के रजदा ही नहीं है। रसना दी भुख बोलण दी है, ये बोल बोल के नहीं रजदी, खा खा के नहीं रजदी। कई तरह दीयां भुखां ने। सतगुरु जी कहंदे वो सारियां भुखां मिटाउण दे लई सच खाना, सच पहनना। साडी जिंदगी दी जिहड़ी खुराक है वो है वाहिगुरु जी का नाम। सच पहनना ते वाहिगुरु जी का नाम ही साडा लिबास है। असी पहनदे काहदे लई आ? एक ते पहनना हुंदा है शरीर नूं ढकण दे लई, पर्दा होना चाहिए, जरूरी है। लेकिन पर्दे तक जे गल होए फिर तो कोई गल नहीं है। फिर मनुख पहनदा कि मैं लोगों नूं चंगा भी लगा। ए कपड़े पा ले, दुनिया की कहेगी वही पा ले दोबारा, दुनिया के वधिया नहीं पाए। ये फिर मनुख दे अंदर एक हुंदा कि मेरी लोकां विच इज्जत बने, लोकां दे विच मेरा सत्कार बने, लोकी मैनूं कहण कि बहुत वधिया कपड़े पाउंदा है, बड़ा चंगा है। कोई चिट्टे कपड़े पा के दर्शाउणा चाहुंदा कि मैं बड़ा चंगा हाँ। कोई होर तरह के रंग परंगे कपड़े पा के सोचदा कि मैं ही लोकां दी वाहवा खट लवांगा। ये कपड़े जिहड़े ने ये हैगे ने लोकां दे विच अपनी इज्जत बनाउण दे लई। पर सतगुरु जी कहंदे सच पहनना। साडा जिहड़ा है ना पहनण दा अर्थ कपड़ा लिबास, वो है सच। दुनियावी कपड़े पा के जरूरी नहीं कि सारियां दी इज्जत होवे। बंदा यतन तो यही करदा कि कपड़ियां नाल इज्जत बननी है, लेकिन सतगुरु जी कहंदे ने इज्जत बनदी परमात्मा दे प्यार विच जुड़िया। सतगुरु साहिब जी ने बचन के बंदा अपनी इज्जत बनाउण लई बहुत कुछ करदा है। लख लश्कर लख वाजे नेजे, लख उठ करें सलाम, लखां उपर फरमाइश तेरी, लख उठ राखें मान। जे पत लेखे ना पवै तां सब निराफल काम। सतगुरु जी कहंदे मनुख दे कोल लखां ही फौजां होण, लश्कर दा अर्थ फौजां, लाओ लश्कर होए, लखां ही इहदे अगे हथियार बंद नेजाधारी लोग तुरे फिरन। लखां लोगी उठ उठ के इनू सलामा करन, बंदना करन, नमस्कारां करन। लखां लोग इहदा सत्कार करन, एडी वड्डी गल बन जाए। पर सतगुरु जी कहंदे ये बाहरी तौर ते जो मनुख ने रुतबा बनाया है, जे परमात्मा का प्यार नहीं है तो सब निराफल काम। ये किसी अर्थ नहीं जे परमात्मा के दर ते इज्जत नहीं बनी। गुरु नानक साहब जी के पवित्र बचन असीं रोज पढ़ते हैं, जिथे सतगुरु जी कहंदे बंदेया तेरी यही भुख है कि दुनिया च मेरा जस बने, दुनिया च मेरी वडियाई बने, दुनिया मैनू वाह वाह करे। ये गल चेते रख कि जे जुग चारे यार जा होर दसूणी होए, नवां खंडां विच जाणी है, नाल चले सब कोए, चंगा नाउं रखाए कै जस कीर जग ले, जे तिस नदर ना आवी तां वात ना पुछे के। सतगुरु साहब जी कहंदे कि इन्नी तेरी उम्र बन जे 4 जुगां जिनी,
ਕਿਉਂਕਿ ਕਈ ਵਾਰੀ ਬੰਦਾ ਸੋਚਦਾ ਕਿ ਵੱਡੀ ਉਮਰ ਵਾਲਾ ਹੋਵਾਂਗਾ ਤੇ ਬਹੁਤ ਮੇਰੀ ਇੱਜ਼ਤ ਹੋਏਗੀ, 4 ਯੁੱਗਾਂ ਜਿੰਨੀ ਤੇ ਉਮਰ ਬਣ ਜਾਏ, ਹੋਰ ਵੱਧ ਕੇ 10 ਯੁੱਗ, 10 ਗੁਣਾ ਹੋ ਜਾਏ, 40 ਯੁੱਗਾਂ ਜਿੰਨੀ ਬਣ ਜਾਏ, 9 ਖੰਡਾਂ ਦੇ ਵਿੱਚ ਤੇਰੀ ਵਡਿਆਈ ਹੋਏ, ਜਿੱਧਰ ਜਾਏ ਤੇਰਾ ਨਾਮਣਾ ਬਣਿਆ ਹੋਏ, ਹਰ ਕੋਈ ਤੈਨੂੰ ਸਤਿਕਾਰ ਦੇਵੇ, ਹਰ ਕੋਈ ਤੇਰੇ ਨਾਲ ਚੱਲਣ ਵਿੱਚ ਮਾਣ ਮਹਿਸੂਸ ਕਰੇ, ਸਭ ਕੁਝ ਹੋ ਜਾਏ, ਪਰ ਜੇ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਨਾ ਹੋਇਆ ਤਾਂ ਬਾਤ ਨਾ ਪੁੱਛੈ ਕਿ ਕਿਸੇ ਨੇ ਬਾਤ ਨਹੀਂ ਪੁੱਛਣੀ। ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣ ਦੇ ਲਈ ਸਤਿਗੁਰੂ ਜੀ ਕਹਿੰਦੇ ਕਿ ਹਰ ਨਾਮ ਹਮਾਰਾ ਕੱਪੜ ਸੱਚ ਪਹਿਨਣਾ, ਅਸੀਂ ਤੇ ਸੱਚ ਨੂੰ ਹੀ ਆਪਣਾ ਲਿਬਾਸ ਬਣਾਇਆ। ਭਾਵ ਕਿ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਜਿਹੜੇ ਗੁਣ ਸਾਨੂੰ ਮਿਲੇ ਨੇ ਉਹ ਸਾਡੀ ਇੱਜ਼ਤ ਦਾ ਸਾਧਨ ਨੇ। ਕੱਪੜਿਆਂ ਨਾਲ ਇੱਜ਼ਤ ਨਹੀਂ ਬਣਦੀ ਘਟਦੀ। ਇਹ ਦੁਨਿਆਵੀ ਸੋਚ ਹੈ, ਕੱਪੜਾ ਚੰਗਾ ਹੋਣਾ ਚਾਹੀਦਾ, ਸਾਫ ਸੁਥਰਾ ਹੋਣਾ ਚਾਹੀਦਾ, ਸਰੀਰ ਦਾ ਪਰਦਾ ਹੋਣਾ ਚਾਹੀਦਾ, ਲੇਕਿਨ ਇੱਜ਼ਤ ਜਿਹੜੀ ਹੈ ਉਹ ਗੁਣਾਂ ਨਾਲ ਬਣਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਮਨ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਭੋਜਨ ਨਾਲ ਨਹੀਂ, ਉਹ ਰੱਬੀ ਗੁਣਾਂ ਦੇ ਨਾਲ ਮਿਟਣੀ ਹੈ। ਜਿਨ੍ਹਾਂ ਨੇ ਗੁਰੂ ਕੇ ਬਚਨਾਂ ਨੂੰ ਆਧਾਰ ਬਣਾ ਲਿਆ, ਸਾਹਿਬ ਜੀ ਕਹਿੰਦੇ ਸੱਚ ਖਾਣਾ, ਸੱਚ ਪਹਿਨਣਾ, ਸੱਚ ਨਾਮ ਆਧਾਰ, ਉਹਨਾਂ ਦੀ ਜ਼ਿੰਦਗੀ ਦਾ ਆਸਰਾ ਹੀ ਵਾਹਿਗੁਰੂ ਜੀ ਦਾ ਨਾਮ ਬਣ ਗਿਆ। ਉਹਨਾਂ ਨੇ ਆਪਣੀ ਜ਼ਿੰਦਗੀ ਦੀ ਖੁਰਾਕ ਪ੍ਰਮਾਤਮਾ ਦੇ ਨਾਮ ਨੂੰ ਬਣਾ ਲਿਆ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਲਿਬਾਸ ਵੀ ਪ੍ਰਮਾਤਮਾ ਦੇ ਨਾਮ ਨੂੰ ਬਣਾ ਲਿਆ। ਗੁਰਪੂਰੇ ਮਿਲਾਇਆ ਪ੍ਰਭ ਦੇਵਨਹਾਰ। ਸਤਿਗੁਰੂ ਜੀ ਕਹਿੰਦੇ ਕਿ ਪੂਰੇ ਗੁਰੂ ਨੇ ਉਹਨਾਂ ਨੂੰ ਉਸ ਪ੍ਰਮਾਤਮਾ ਨਾਲ ਮਿਲਾ ਦਿੱਤਾ। ਜਿਹੜਾ ਪ੍ਰਮਾਤਮਾ ਸਾਰੀਆਂ ਦਾਤਾਂ ਦੇਣ ਵਾਲਾ ਹੈ, ਉਸ ਪ੍ਰਮਾਤਮਾ ਨਾਲ ਉਹਨਾਂ ਦੀ ਸਾਂਝ ਬਣ ਗਈ ਤੇ ਉਸ ਪ੍ਰਮਾਤਮਾ ਨਾਲ ਜੁੜ ਕੇ ਉਹਨਾਂ ਦੀ ਹਮੇਸ਼ਾ ਲਈ ਇੱਜ਼ਤ ਬਣ ਗਈ। ਗੁਰਬਾਣੀ ਕਹਿੰਦੀ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਹੜਾ ਰੱਬ ਦਾ ਪਿਆਰਾ ਬਣ ਜਾਂਦਾ ਹੈ ਨਾ, ਉਹ ਸਾਰਿਆਂ ਦਾ ਪਿਆਰਾ ਬਣ ਜਾਂਦਾ ਹੈ। ਜਿਨ੍ਹਾਂ ਨੇ ਗੁਰੂ ਕੀ ਮਤ ਗ੍ਰਹਿਣ ਕੀਤੀ, ਉਹਨਾਂ ਨੂੰ ਗੁਰੂ ਨੇ ਉਸ ਪ੍ਰਮਾਤਮਾ ਨਾਲ ਮਿਲਾ ਦਿੱਤਾ, ਪ੍ਰਮਾਤਮਾ 'ਚ ਲਿਵਲੀਨ ਕਰ ਦਿੱਤਾ। ਭਾਗ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰ। ਭਾਈ ਉਹਨਾਂ ਦੇ ਸਮਝੋ ਕਿ ਭਾਗ ਜਾਗ ਪਏ, ਪੂਰੇ ਭਾਗ ਬਣ ਗਏ, ਉਹਨਾਂ ਦੇ ਵਡਭਾਗੀ ਬਣ ਗਏ। ਉਹਨਾਂ ਨੇ ਜ਼ਿੰਦਗੀ 'ਚ ਕੇਵਲ ਨਿਰੰਕਾਰ ਦਾ ਸਿਮਰਨ ਕੀਤਾ, ਪ੍ਰਮਾਤਮਾ ਦਾ ਸਿਮਰਨ ਕੀਤਾ, ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜੇ। ਸਾਧੂ ਸੰਗਤ ਲੱਗਿਆ ਤਰਿਆ ਸੰਸਾਰ। ਸਾਹਿਬ ਕਹਿੰਦੇ ਗੁਰੂ ਕੀ ਸੰਗਤ ਵਿੱਚ ਜੁੜਨ ਕਰਕੇ ਨਾ ਉਹ ਇਹ ਸੰਸਾਰ ਨੂੰ ਤਰ ਗਏ। ਸੰਸਾਰ ਦਾ ਅਰਥ ਜਿਹਨੂੰ ਭਉ ਸਾਗਰ ਕੇ ਹੈ। ਭਉ ਸਾਗਰ ਦਾ ਅਰਥ ਕਿ ਇਹ ਦੁਨੀਆ, ਸਾਡੀ ਜ਼ਿੰਦਗੀ ਜਿੱਥੇ ਅਸੀਂ ਜਿਉ ਰਹੇ ਹਾਂ ਨਾ, ਸਾਡੇ ਅੰਦਰ ਡਰ ਹੀ ਡਰ ਹੈ। ਮਨੁੱਖ ਦੇ ਅੰਦਰ ਝਾਤ ਮਾਰੀਏ, ਕੋਈ ਵੀ ਮਨੁੱਖ ਜਿਹੜਾ ਨਾ, ਉਹਦੇ ਅੰਦਰ ਕੋਈ ਗਮ, ਕੋਈ ਚਿੰਤਾ, ਕੋਈ ਡਰ, ਕੋਈ ਪਰੇਸ਼ਾਨੀ ਜ਼ਰੂਰ ਕੋਈ ਨਾ ਕੋਈ ਹੋਵੇਗੀ। ਕੋਈ ਮਨੁੱਖ ਡਰ ਤੋਂ ਰਹਿਤ ਨਹੀਂ ਹੈ। ਜਦੋਂ ਡਰ ਤੋਂ ਰਹਿਤ ਹੁੰਦਾ ਨਾ ਬੰਦਾ, ਉਹ ਤੇ ਸਮਝੋ ਪਰਮਾਤਮਾ ਹੀ ਬਣ ਗਿਆ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿਹੜਾ ਭਉ ਸਾਗਰ ਹੈ ਜਿੱਥੇ ਅਸੀਂ ਵਿਚਰ ਰਹੇ ਹਾਂ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ। ਹਰ ਪ੍ਰਾਣੀ ਡਰ ਦੇ ਅਧੀਨ ਹੈ, ਪਰਮਾਤਮਾ ਡਰ ਤੋਂ ਰਹਿਤ ਹੈ। ਆਸਾ ਦੀ ਵਾਰ ਦੇ ਬਚਨ ਨੇ ਕਿ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਅਨੰਤ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਭੈ ਵਿੱਚ ਸਤਿਗੁਰੂ ਜੀ ਕਹਿੰਦੇ ਇਹ ਸਭ ਕੁਝ ਡਰ ਵਿੱਚ ਹੈ। ਹਵਾ ਡਰ ਵਿੱਚ ਹੈ, ਧਰਤੀ ਜਿਹੜੀ ਹੈ ਡਰ ਦੇ ਵਿੱਚ ਹੈ, ਇਹ ਸੂਰਜ, ਇਹ ਚੰਦਰਮਾ, ਹਰ ਜਿਹੜਾ ਹੈ ਨਾ ਮਨੁੱਖ ਡਰ ਦੇ ਵਿੱਚ ਹੈ। ਸਤਿਗੁਰੂ ਸਾਹਿਬ ਜੀ ਦਾ ਬਚਨ ਹੈ ਕਿ ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਹਰ ਮਨੁੱਖ ਦੇ ਮੱਥੇ ਤੇ ਰੱਬ ਨੇ ਡਰ ਦਾ ਲੇਖ ਲਿਖਿਆ ਹੈ ਤੇ ਪ੍ਰਮਾਤਮਾ ਡਰ ਤੋਂ ਰਹਿਤ ਹੈ, ਉਹ ਨਿਰਭਉ ਹੈ। ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਵੀ ਨਿਰਭਉ ਹੋ ਜਾਂਦਾ ਹੈ। ਜਿਨ੍ਹਾਂ ਨੇ ਗੁਰੂ ਕੀ ਸੰਗਤ ਪ੍ਰਾਪਤ ਕੀਤੀ, ਸਾਧੂ ਸੰਗਤ ਲੱਗਿਆ ਤਰਿਆ ਸੰਸਾਰ। ਸੰਸਾਰ ਦਾ ਅਰਥ ਹੈ ਕਿ ਇਸ ਸੰਸਾਰ ਵਿੱਚ ਰਹਿੰਦੇ ਆ ਜਿਹੜੀਆਂ ਚਿੰਤਾਵਾਂ ਨੇ, ਫਿਕਰ ਨੇ, ਗਮ ਨੇ, ਉਹਨਾਂ ਦੀ ਸੁਰਤ ਉਹਨਾਂ ਤੋਂ ਉੱਚੀ ਉੱਠ ਜਾਂਦੀ ਹੈ। ਸੰਸਾਰ ਨੂੰ ਸਮੁੰਦਰ ਕਿਹਾ। ਗੁਰਮਤਿ ਨੇ ਇਹ ਜ਼ਿੰਦਗੀ ਤੋਂ ਬਾਅਦ ਨਹੀਂ ਜਿਹੜਾ ਕਿਹਾ ਜਾਂਦਾ ਕਿ ਕੋਈ ਨਦੀ ਤਰਨੀ ਪੈਂਦੀ, ਕੋਈ ਸਮੁੰਦਰ, ਉਹਦੀ ਗੱਲ ਨਹੀਂ, ਇੱਥੇ ਇਹ ਜਗਤ ਦੀ ਗੱਲ ਕੀਤੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਚਨ ਪੜ੍ਹੀਏ ਨਾ, ਸਿੱਧ ਗੋਸ਼ਟ ਵਿੱਚ ਸਿੱਧਾਂ ਦਾ ਸਵਾਲ ਸੀ ਸਤਿਗੁਰੂ ਸਾਹਿਬ ਜੀ ਦੇ ਪ੍ਰਥਾਏ ਕਿ ਬਾਬਾ ਨਾਨਕ ਜੀ, ਦੁਨੀਆ ਸਾਗਰ ਦੁੱਤਰ ਕਹੀਏ, ਇਹ ਜਿਹੜਾ ਸੰਸਾਰ ਹੈ ਨਾ, ਇਹ ਤੇ ਬੜਾ ਡਰਾਉਣਾ ਸਮੁੰਦਰ ਹੈ। ਦੁੱਤਰ ਮੇਰਾ ਦੁਸਤਰ ਔਖਾ, ਕਿਉਂ ਕਰ ਪਾਈਏ ਪਾਰੋ। ਇਸ ਦੁਨੀਆ 'ਚ ਰਹਿ ਕੇ ਚਿੰਤਾਵਾਂ ਤੋਂ ਪਾਰ ਕਿਵੇਂ ਉਤਰਿਆ ਜਾ ਸਕਦਾ ਹੈ, ਦੁੱਖਾਂ ਤੋਂ ਪਾਰ ਕਿਵੇਂ ਉਤਰਿਆ ਜਾ ਸਕਦਾ ਹੈ। ਸੰਸਾਰ ਨੂੰ ਸਮੁੰਦਰ ਕਿਹਾ ਤੇ ਇਸ ਸੰਸਾਰ ਵਿੱਚੋਂ ਆਪਣੀ ਸੁਰਤ ਨੂੰ ਦੁੱਖਾਂ ਤੋਂ, ਵਿਕਾਰਾਂ ਤੋਂ, ਔਗਣਾਂ ਤੋਂ, ਬੁਰਾਈਆਂ ਤੋਂ ਰਹਿਤ ਕਰਨ ਨੂੰ ਤਰਨਾ ਕਿਹਾ ਗਿਆ। ਬਾਬਾ ਨਾਮਦੇਵ ਸਾਹਿਬ ਜੀ ਦਾ ਇੱਕ ਬਚਨ ਹੈ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। हे ਪ੍ਰਮਾਤਮਾ ਜੀ, ਇਹ ਜਿਹੜਾ ਸੰਸਾਰ ਸਮੁੰਦਰ ਹੈ ਨਾ, ਇਹਦੇ ਚੋਂ ਮੈਨੂੰ ਬਾਹਰ ਕੱਢ ਲੈ। ਇਹਦੇ ਚੋਂ ਬਾਹਰ ਕੱਢਣ ਦਾ ਅਰਥ ਹੈ ਕਿ ਮੇਰੀ ਸੁਰਤ ਜਿਹੜੀ ਹੈ ਔਗਣਾਂ ਤੋਂ ਮੁਕਤ ਹੋ ਜਾਏ, ਮੇਰੀ ਸੁਰਤ ਵਿੱਚੋਂ ਡਰ ਕੱਟਿਆ ਜਾਏ। ਇਹਦੇ ਤੋਂ ਬਾਹਰ ਬੰਦਾ ਇਸ ਕਰਕੇ ਨਹੀਂ ਨਿਕਲਦਾ ਕਿ ਘਰ ਛੱਡ ਦਿਓ, ਜੰਗਲਾਂ 'ਚ ਬਹਿ ਜਾਓ, ਅਸੀਂ ਸੰਸਾਰ ਤੋਂ ਵੱਖਰੇ ਹੋ ਗਏ। ਚਿੰਤਾਵਾਂ ਤਾਂ ਉੱਥੇ ਵੀ ਚਲੀਆਂ ਜਾਂਦੀਆਂ ਨੇ। ਗੁਰੂ ਕੀ ਬਾਣੀ ਕਹਿੰਦੀ, ਦੇਸ ਛੋੜ ਪਰਦੇਸੈ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਬੰਦਾ ਘਰ ਛੱਡ ਕੇ ਜੰਗਲਾਂ 'ਚ ਬੈਠ ਜਾਏ ਨਾ, ਹੰਕਾਰ ਤਾਂ ਉੱਥੇ ਵੀ ਮਗਰੇ ਹੀ ਚਲਿਆ ਜਾਂਦਾ ਹੈ। ਜੰਗਲਾਂ 'ਚ ਬੈਠੇ ਬੜੇ ਹੰਕਾਰੇ ਬੈਠੇ ਨੇ, ਔਰ ਕਦੀ ਕਿਸੇ ਨੂੰ ਸ਼ਰਾਪ, ਕਦੀ ਕਿਸੇ ਨੂੰ ਵਰ। ਇਹ ਜਿਹੜਾ ਵਰ ਸ਼ਰਾਪ ਹੈ, ਹੰਕਾਰੀ ਲੋਕਾਂ ਦੀ ਦੇਣ ਹੈ। ਗੁਰਮਤਿ ਦੇ ਅੰਦਰ ਬਖਸ਼ਿਸ਼ ਦੀ ਗੱਲ ਹੈ। ਇਸ ਕਰਕੇ ਜੰਗਲਾਂ 'ਚ ਬੈਠ ਕੇ ਵੀ ਹੰਕਾਰ, ਜੰਗਲਾਂ 'ਚ ਬੈਠ ਕੇ ਵੀ ਤ੍ਰਿਸ਼ਨਾ ਵਿਆਪਦੀ ਹੈ। ਉੱਥੇ ਵੀ ਮੋਹ ਆ ਕੇ ਪਕੜ ਪਾ ਲੈਂਦਾ। ਉੱਥੇ ਵੀ ਬੰਦਾ ਜਿਹੜਾ ਕੁਝ ਨਾ ਕੁਝ ਬਣਾ ਕੇ ਉੱਥੇ ਫਿਰ ਆਪਣਾ ਕਬਜ਼ਾ ਕਰ ਪੈਂਦਾ ਕਿ ਇਹ ਮੇਰਾ ਹੀ ਘਰ ਹੈ। ਸਤਿਗੁਰੂ ਜੀ ਕਹਿੰਦੇ, ਬੰਦਾ ਜਿੱਥੇ ਮਰਜ਼ੀ ਚਲਿਆ ਜਾਏ, ਇਹ ਸੰਸਾਰ ਸਮੁੰਦਰ ਤੋਂ ਬਚ ਨਹੀਂ ਸਕਦਾ। ਇਹ ਸਮੁੰਦਰ ਚੋਂ ਬਚਣ ਦਾ ਤਰੀਕਾ ਸਤਿਗੁਰੂ ਜੀ ਨੇ ਕਿਹਾ ਹੈ ਕਿ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਪ੍ਰਮਾਤਮਾ ਦਾ ਸਿਮਰਨ ਕਰੋ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਦੀ ਮਿਹਰ ਜਿਨ੍ਹਾਂ ਤੇ ਹੋ ਗਈ, ਸਾਧੂ ਸੰਗਤ ਲੱਗਿਆ ਤਰਿਆ ਸੰਸਾਰ। ਜਿਨ੍ਹਾਂ ਨੇ ਗੁਰੂ ਕੀ ਸੰਗਤ ਪ੍ਰਾਪਤ ਕਰ ਲਈ, ਉਹ ਇਸ ਸੰਸਾਰ ਦੇ ਭਉ ਸਾਗਰ ਤੋਂ ਪਾਰ ਉਤਰ ਗਏ। ਭਾਵ ਕਿ ਉਹਨਾਂ ਦੀ ਸੁਰਤ ਵਿੱਚੋਂ ਚਿੰਤਾਵਾਂ ਮੁੱਕ ਗਈਆਂ, ਡਰ ਮੁੱਕ ਗਏ। ਗੁਰਬਾਣੀ ਕਹਿੰਦੀ, ਅੰਚਲ ਗਹਿ ਕੇ ਸਾਧਕਾ ਤਰਨਾ ਇਹ ਸੰਸਾਰ। ਸਾਧ ਦਾ ਅਰਥ ਇੱਥੇ ਗੁਰੂ ਹੈ। ਅੰਚਲ ਕਹਿੰਦੇ ਨੇ ਪੱਲੇ ਨੂੰ, ਭਈ ਗੁਰੂ ਦਾ ਪੱਲਾ ਪਕੜ ਕੇ ਅਸੀਂ ਇਹ ਭਉ ਸਾਗਰ ਨੂੰ ਪਾਰ ਕਰ ਸਕਦੇ ਹਾਂ। ਹੋਰ ਕੋਈ ਤਰੀਕਾ ਨਹੀਂ ਹੈ। ਜਿੱਧਰ ਵੀ ਜਾਓਗੇ ਤੁਸੀਂ, ਭਾਵੇਂ ਕਬਰਾਂ ਤੇ ਚਲੇ ਗੋ, ਤੁਹਾਨੂੰ ਕੋਈ ਚਿੰਤਾ ਤੋਂ ਮੁਕਤ ਕਰਨ ਦਾ ਕੋਈ ਫਾਰਮੂਲਾ ਨਹੀਂ ਦੇਣਗੇ। ਇਹ ਜ਼ਰੂਰ ਕਹਿਣਗੇ ਕਿ ਵੀਰਵਾਰ ਦੇ ਵੀਰਵਾਰ ਆ ਜਾਇਆ ਕਰੋ, ਇੱਥੇ ਚੜ੍ਹਤ ਚੜਾਵੇ ਚੜਾਈ ਜਾਓ। ਤੁਸੀਂ ਕਿਸੇ ਮੂਰਤਾਂ ਨੂੰ ਮੱਥਾ ਟੇਕੋਗੇ, ਉਹਨਾਂ ਨੇ ਤੁਹਾਨੂੰ ਕੋਈ ਫਾਰਮੂਲਾ ਨਹੀਂ ਦੇਣਾ ਚਿੰਤਾ ਤੋਂ ਬਚਣ ਦਾ। ਤੁਸੀਂ ਕਿਸੇ ਮਨੁੱਖ ਕੋਲ ਵੀ ਚਲੇ ਜਾਓਗੇ ਨਾ, ਹੈਰਾਨੀ ਹੁੰਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਮਨੁੱਖ ਜਾਂਦੇ ਨੇ ਦੁੱਖਾਂ ਤੋਂ ਬਚਣ ਦੇ ਲਈ, ਉਹਨਾਂ ਦੇ ਤੇ ਦੁੱਖ ਹੀ ਬੜੇ ਨਿਰਾਲੇ ਨਿਰਾਲੇ ਨੇ। ਧਰਮ ਦੀ ਦੁਨੀਆ ਦੇ ਬਹੁਤ ਸਾਰੇ ਲੋਕ ਤੇ ਪਹਿਲਾਂ ਹੀ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਦੇ ਲੋਕਾਂ ਦੇ ਦੁੱਖ ਹੀ ਦੂਰ ਕਰਨੇ ਹੈ। ਸਾਨੂੰ ਸਾਡੇ ਸਤਿਗੁਰੂ ਜੀ ਨੇ ਨਿਰੋਲ ਪਰਮਾਤਮਾ ਦੇ ਪਿਆਰ ਜੋੜੇ। ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦੇ ਲਈ ਗੁਰੂ ਦੀ ਲੋੜ ਹੈ ਕਿ ਸਾਨੂੰ ਤੇ ਸਾਡੇ ਸਤਿਗੁਰੂ ਜੀ ਨੇ ਜਾਗਤ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਦਿੱਤਾ ਹੈ। ਸਾਹਿਬ ਕਹਿੰਦੇ, ਜਿਹੜਾ ਗੁਰੂ ਕੀ ਸੰਗਤ ਨਾਲ ਜੁੜਦਾ ਹੈ, ਉਹ ਸੰਸਾਰ ਸਮੁੰਦਰ ਨੂੰ ਪਾਰ ਕਰ ਲੈਂਦਾ। ਭਾਵ ਗੁਰੂ ਕੀ ਸੰਗਤ ਵਿੱਚ ਆ ਕੇ ਗੁਰੂ ਕੇ ਬਚਨਾਂ ਅਨੁਸਾਰ ਜੋ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਦਾ ਹੈ, ਸਾਹਿਬ ਜੀ ਕਹਿੰਦੇ ਕਿ ਉਹ ਭਉ ਸਾਗਰ ਤੋਂ ਪਾਰ ਨਿਕਲ ਜਾਂਦਾ ਹੈ। ਉਹਨਾਂ ਦੇ ਭਾਗ ਜਾਗ ਪੈਂਦੇ ਨੇ, ਉਹ ਨਿਤ ਨਿਰੰਕਾਰ ਨੂੰ ਚੇਤੇ ਕਰਦੇ ਨੇ। ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ। ਗੁਰਦੇਵ ਕਹਿੰਦੇ, ਬੰਦਿਆ ਤੂੰ ਵੀ ਰੱਬ ਦੀ ਸਿਫਤ ਸਲਾਹ ਕਰਿਆ ਕਰ। ਦੇਖੋ, ਜਿਸ ਵਾਹਿਗੁਰੂ ਜੀ ਨੇ ਸਾਨੂੰ ਇੰਨੀ ਵਧੀਆ ਜ਼ਿੰਦਗੀ ਦਿੱਤੀ ਹੈ, ਜੇ ਉਹਦੇ ਗੁਣ ਨਹੀਂ ਗਾਵਾਂਗੇ ਤੇ ਹੋਰ ਕੀ ਕਰਾਂਗੇ ਆਪਾਂ। ਕੋਈ ਬੰਦਾ ਮਾੜਾ ਜਿਹਾ ਅਹਿਸਾਨ ਕਰਦੇ ਸਾਡੇ ਤੇ, ਸਾਡੀ ਕਿਤੇ ਮਦਦ ਕਰ ਦੇਵੇ, ਤੇ ਅਸੀਂ ਬੜੇ ਉਹਦੇ ਗੁਣ ਗਾਉਂਦੇ ਹਾਂ, ਬੜੀਆਂ ਉਹਦੀਆਂ ਸਿਫਤਾਂ ਕਰਦੇ। ਬੰਦਾ ਬੜਾ ਚੰਗਾ ਹੈ, ਕੰਮ ਆਉਣ ਵਾਲਾ ਬੰਦਾ ਹੈ, ਪਰਉਪਕਾਰੀ ਹੈ। ਠੀਕ ਹੈ, ਚੰਗੇ ਬੰਦੇ ਦੀਆਂ ਵਡਿਆਈਆਂ ਹੋਣੀਆਂ ਚਾਹੀਦੀਆਂ ਨੇ, ਲੇਕਿਨ ਪ੍ਰਮਾਤਮਾ ਤੋਂ ਵੱਡਾ ਪਰਉਪਕਾਰ ਸਾਡੇ ਤੇ ਕੌਣ ਕਰ ਸਕਦਾ ਹੈ। ਸਤਿਗੁਰੂ ਜੀ ਕਹਿੰਦੇ, ਬੰਦਿਆ ਦੇਖ, ਜਿਸ ਪ੍ਰਮਾਤਮਾ ਨੇ ਤੈਨੂੰ ਜ਼ਿੰਦਗੀ ਦਿੱਤੀ ਹੈ, ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈ। ਤੁਸੀਂ ਕਹੋ ਨਾ ਕਿ ਬਾਜ਼ਾਰੋਂ ਜਾ ਕੇ ਕੁਝ ਸਵਾਸ ਖਰੀਦ ਲਈਏ, ਕਿਤੇ ਨਹੀਂ ਮਿਲਣਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜਿਸ ਪ੍ਰਮਾਤਮਾ ਨੇ
ਇੰਨੀਆਂ ਦਾਤਾਂ ਦਿੱਤੀਆਂ। ਜਿਉ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਜਿਨੇ ਖਾਣ ਪੀਣ ਦੇ ਪਦਾਰਥ ਐ ਤੇਰੀ ਸਿਰਜਣਾ ਵੀ ਕੀਤੀ। ਇੰਨਾ ਕੁਝ ਦਿੱਤਾ ਜਿਸ ਪਰਮਾਤਮਾ ਨੇ। ਉਸ ਪਰਮਾਤਮਾ ਦੀਆਂ ਦਾਤਾਂ ਦੀ ਗੱਲ ਕਰਦੇ ਹੀ ਸਤਿਗੁਰੂ ਜੀ ਕਹਿੰਦੇ ਰਾਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ में जिने उभारिया, बार व्यवस्था तुझे प्यारे दूध, पर जोवन भोजन सुख सूर, बिरद पियाओ उपर साग सैन, मुख पियाओ बैठ को देन। ਉਹ ਸਾਡਾ ਪਰਮਾਤਮਾ ਇੰਨਾ ਮਹਾਨ, ਜਿਨੇ ਸਾਡੀ ਇਸ ਧਰਤੀ ਤੇ ਆਉਣ ਤੋਂ ਪਹਿਲਾਂ ਵੀ ਰੱਖਿਆ ਕੀਤੀ, ਪ੍ਰਤਪਾਲਣਾ ਕੀਤੀ। ਇਸ ਧਰਤੀ ਤੇ ਵੀ ਸਾਨੂੰ ਸੁੱਖ ਦਿੱਤੇ, ਸਾਡੀ ਬਿਰਧ ਅਵਸਥਾ ਨੂੰ ਸੰਭਾਲਣ ਲਈ ਧੀਆਂ ਪੁੱਤਰ ਦੇ ਦਿੱਤੇ। ਬਾਬਾ ਧੰਨਾ ਜੀ ਕਹਿੰਦੇ ਕਿ ਪ੍ਰਮਾਤਮਾ ਇੰਨਾ ਮਹਾਨ ਹੈ, ਜਨਨੀ ਕੇਰੇ ਉਦਰ ਉਦਕ ਮੈਂ, ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੇ, ਐਸਾ ਖਸਮ ਹਮਾਰਾ। ਸਾਡਾ ਮਾਲਕ ਇਹੋ ਜਿਹਾ ਹੈ ਕਿ ਜਨਨੀ ਕੇਰੇ ਉਦਰ ਉਦਕ ਮੈਂ, ਜਨਨੀ ਦਾ ਅਰਥ ਹੁੰਦਾ ਮਾਤਾ, ਜਨਮ ਦੇਣ ਵਾਲੀ ਮਾਤਾ ਦੇ ਉਦਰ ਵਿੱਚ। ਉਦਕ ਦਾ ਅਰਥ ਹੁੰਦਾ ਹੈ ਪਾਣੀ, ਸਮੁੰਦਰ, ਅੱਗ। ਅੱਗ ਦੇ ਸਮੁੰਦਰ ਚ ਅਸੀਂ ਸਾਂ, ਉੱਥੇ ਵਾਹਿਗੁਰੂ ਜੀ ਨੇ ਸਾਡੀ ਸਿਰਜਣਾ ਕਰ ਦਿੱਤੀ ਹੈ। ਹੁਣ ਜਿਸ ਪਰਮਾਤਮਾ ਨੇ ਇੰਨਾ ਕੁਝ ਦਿੱਤਾ ਹੈ, ਸਾਡੀ ਪ੍ਰਤਪਾਲਣਾ ਕੀਤੀ, ਉਹਨੂੰ ਅਸੀਂ ਭੁਲਾ ਦਈਏ। ਭਾਈ ਗੁਰਦਾਸ ਜੀ ਕਹਿੰਦੇ ਜਿਹੜੀ ਧਰਤੀ ਹੈ ਨਾ, ਧਰਤੀ ਦੇ ਉੱਪਰ ਬੇਅੰਤ ਪਹਾੜ ਨੇ, ਬਿਲਡਿੰਗਾਂ ਨੇ, ਸਭ ਕੁਝ ਹੈ, ਪਰ ਧਰਤੀ ਨੂੰ ਇਹਨਾਂ ਦਾ ਭਾਰ ਨਹੀਂ ਹੈ। ਇੱਕ ਦਿਨ ਭਾਈ ਗੁਰਦਾਸ ਜੀ ਪੁੱਛਦੇ ਧਰਤੀ ਨੂੰ, ਧਰਤੀਏ ਕਿੱਡੇ ਕਿੱਡੇ ਵੱਡੇ ਪਰਬਤ ਨੇ ਤੇਰੇ, ਤੂੰ ਕਿੱਦਾਂ ਚੁੱਕੀ ਫਿਰਦੀ ਇੰਨਾ ਭਾਰ? ਭਾਰ ਨਹੀਂ ਲੱਗਦਾ ਤੈਨੂੰ? ਕਿੱਡੇ ਵੱਡੇ ਵੱਡੇ ਜੰਗਲ, ਕਿਹੜੇ ਕਿਹੜੇ ਤਗੜੇ ਦਰਖਤ ਜਿਹੜੇ ਅਸਮਾਨ ਨੂੰ ਛੂਹਣ ਵਾਲੇ, ਤੈਨੂੰ ਇਹਨਾਂ ਦਾ ਭਾਰ ਨਹੀਂ ਲੱਗਦਾ? ਕਿੰਨੇ ਦਰਿਆਵਾਂ ਦੇ ਪਾਣੀ ਨੇ, ਸਮੁੰਦਰ ਪਾਣੀਆਂ ਨਾਲ ਭਰੇ ਪਏ ਨੇ, ਇੰਨਾ ਭਾਰ ਤੇਰੇ ਉੱਪਰ? ਕਿੰਨੀ ਆਬਾਦੀ ਵੱਧਦੀ ਜਾ ਰਹੀ ਹੈ, ਕਿੰਨੇ ਕਿੱਡੇ ਵੱਡੇ ਮਹੱਲ, ਮਾੜੀਆਂ ਮਨੁੱਖ ਨੇ ਬਹੁ ਮੰਜ਼ਲੀ ਇਮਾਰਤਾਂ ਬਣਾ ਲਈਆਂ ਨੇ, ਤੈਨੂੰ ਭਾਰ ਨਹੀਂ ਲੱਗਦਾ ਇਹਨਾਂ ਦਾ? ਧਰਤੀ ਨੇ ਇੱਕੋ ਗੱਲ ਕਹੀ ਕਿ ਮੈਨੂੰ ਪਰਬਤਾਂ ਪਹਾੜਾਂ ਦਾ ਕੋਈ ਭਾਰ ਨਹੀਂ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ। ਜਿਹੜੇ ਅਸਮਾਨ ਨੂੰ ਛੂਹਣ ਤੱਕ ਉਤਾਵਲੇ ਨੇ ਪਰਬਤ, ਉਹਨਾਂ ਦਾ ਕੋਈ ਭਾਰ ਨਹੀਂ ਹੈ। ਕੋਈ ਦਰਿਆਵਾਂ ਸਮੁੰਦਰਾਂ ਦਾ ਭਾਰ ਨਹੀਂ, ਕੋਈ ਦਰਖਤਾਂ ਦਾ ਭਾਰ ਨਹੀਂ। ਭਾਰੇ ਭੂਈ ਅਕਿਰਤ ਕਣ, ਮੰਦੀ ਹੂੰ ਮੰਦੇ। ਸਭ ਤੋਂ ਵੱਡਾ ਭਾਰ ਉਹਨਾਂ ਅਕਿਰਤ ਕਣ ਲੋਕਾਂ ਦਾ ਹੈ, ਜਿਨ੍ਹਾਂ ਨੇ ਰੱਬ ਨੂੰ ਹੀ ਭੁਲਾ ਦਿੱਤਾ। ਉਹ ਮੰਦੇ ਤੋਂ ਮੰਦੇ ਕੰਮਾਂ ਵਿੱਚ ਲੱਗ ਗਏ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਪਰਮਾਤਮਾ ਨੂੰ ਭੁੱਲ ਜਾਣਾ ਹੀ ਦਰਅਸਲ ਧਰਤੀ ਤੇ ਭਾਰ ਹੈ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਕਿ ਜਿਨੀ ਵਿਸਾਰਿਆ ਨਾਮ, ਤੇ ਭੋਏ ਭਾਰ ਥੀਏ। ਜਿਨ੍ਹਾਂ ਨੇ ਨਾਮ ਭੁਲਾ ਦਿੱਤਾ ਨਾ, ਉਹ ਭਾਰ ਬਣ ਗਏ ਧਰਤੀ ਦੇ ਉੱਪਰ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਆਪਾਂ ਨਿਤ ਉਸ ਵਾਹਿਗੁਰੂ ਜੀ ਦੀ ਜੈ ਜੈਕਾਰ ਕਰੀਏ, ਉਹਦੀ ਕੀਰਤੀ ਕਰੀਏ। ਨਾਨਕ ਸਿਫਤ ਸਲਾਹ ਕਰ, हे ਨਾਨਕ ਜੀ ਸਦਾ ਪ੍ਰਮਾਤਮਾ ਦੀ ਸਿਫਤ ਸਲਾਹ ਕਰੋ, ਉਹਦੇ ਗੁਣ ਗਾਇਆ ਕਰੋ। ਸਾਡੀ ਜ਼ਿੰਦਗੀ ਦਾ ਮਕਸਦ ਸੀ ਉਹਦੀ ਸਿਫਤ ਸਲਾਹ ਕਰਨਾ। ਗੁਣ ਗਾਉਣ ਦਾ ਅਰਥ ਕੋਈ ਪ੍ਰਮਾਤਮਾ ਦੀ ਖੁਸ਼ਾਮਦ ਨਹੀਂ ਹੈ। ਗੁਣ ਗਾਉਣਾ ਸਾਡੀ ਜ਼ਿੰਦਗੀ ਦਾ ਮਕਸਦ ਹੈ ਕਿ ਜਿਸ ਰੱਬ ਨੇ ਸਾਨੂੰ ਇਹਨਾਂ ਕੁਝ ਦਿੱਤਾ ਹੈ, ਉਹਨੂੰ ਭੁਲਾਈਏ ਨਾ ਆਪਾਂ। ਉਹ ਪ੍ਰਮਾਤਮਾ ਜਿਹਨੇ ਸਾਡਾ ਜੀਵਨ ਬਣਾਇਆ ਹੈ, ਜਦੋਂ ਉਹਨੂੰ ਅਸੀਂ ਭੁਲਾ ਦੇਵਾਂਗੇ, ਉਦੋਂ ਅਸੀਂ ਅਕਿਰਤ ਕਣ ਗਿਣੇ ਜਾਵਾਂਗੇ। ਤੇ ਗੁਰੂ ਬਾਬਾ ਜੀ ਕਹਿੰਦੇ ਨੇ ਜਿਨੇ ਗੁਣ ਨਹੀਂ ਨਾ ਗਾਏ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬਚਨ ਕਿ ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਆ, ਬਿਰਥਾ ਕਾਹੇ ਗਵਾਵੋ। ਭਾਈ ਪੁਰਖੋ ਪ੍ਰਮਾਤਮਾ ਦੇ ਗੁਣ ਗਾਇਆ ਕਰੋ। ਇਹ ਜ਼ਿੰਦਗੀ ਅਮੋਲਕ ਮਿਲੀ ਹੈ ਸਾਨੂੰ, ਇਹਨੂੰ ਐਵੇਂ ਬਿਰਥਾ ਕਿਉਂ ਗਵਾ ਰਹੇ, ਅਕਾਰਥ ਕਿਉਂ ਗਵਾ ਰਹੇ ਹੋ? ਸਾਹਿਬ ਕਹਿੰਦੇ ਨਾਨਕ ਸਿਫਤ ਸਲਾਹ ਕਰ। ਉਹ ਭਾਈ ਸਦਾ ਸਿਫਤ ਸਲਾਹ ਕਰਿਆ ਕਰੋ, ਪ੍ਰਮਾਤਮਾ ਦੀ ਕੀਰਤੀ ਕਰਿਆ ਕਰੋ। ਪ੍ਰਭ ਕਾ ਜੈਕਾਰ, ਤੇ ਪ੍ਰਮਾਤਮਾ ਦੀ ਜੈ ਜੈਕਾਰ ਕਰਿਆ ਕਰੋ। ਸਤਿਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ ਕਿ ਭਾਈ ਆਪਾਂ ਉਸ ਸੰਗਤ ਵਿੱਚ ਬੈਠੀਏ ਜਿੱਥੇ ਜਾ ਕੇ ਅਸੀਂ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ ਸਕੀਏ। ਗੁਰਦੇਵ ਨੇ ਪਵਿੱਤਰ ਸ਼ਲੋਕਾਂ ਰਾਹੀਂ ਕਿਹਾ ਸੀ ਕਿ ਅਮਰ ਬੇਪਰਵਾਹ ਹੈ, ਤਿਸ ਨਾਲ ਸਿਆਣਪ ਨਾ ਚੱਲੀ, ਨਾ ਹੁਜਤ ਕਰਨੀ ਜਾਏ। ਪਰਮਾਤਮਾ ਬੇਪਰਵਾਹ ਹੈ, ਉੱਥੇ ਸਿਆਣਪਾਂ, ਚਲਾਕੀਆਂ, ਚਤਰਾਈਆਂ ਨਹੀਂ ਚੱਲਣੀਆਂ।
ਤੇ ਨਾ ਹੀ ਕੋਈ ਦਲੀਲਾਂ ਚੱਲਣੀਆਂ ਨੇ ਰੱਬ ਦੇ ਅੱਗੇ। ਇੱਕੋ ਇੱਕ ਤਰੀਕਾ ਕਿ ਆਪਣੇ ਮਨ ਦੀਆਂ ਚਤਰਾਈਆਂ, ਚਲਾਕੀਆਂ, ਸਿਆਣਪਾਂ ਛੱਡ ਕੇ ਨਾ ਉਹਦੀ ਰਜਾ 'ਚ ਆ ਜਾਈਏ, ਉਹਦੇ ਭਾਣੇ 'ਚ ਆ ਜਾਈਏ। ਫਿਰ ਸਾਨੂੰ ਕੋਈ ਡੰਡ ਨਹੀਂ ਲੱਗੇਗਾ, ਦੁਖੀ ਨਹੀਂ ਹੋਵਾਂਗੇ। ਦੁੱਖ ਕੀ ਹੈ? ਦੁੱਖ ਦੀ ਜੇ ਪਰਿਭਾਸ਼ਾ ਕਰਨੀ ਹੋਏ ਨਾ, ਕਿ ਜੋ ਮੈਂ ਚਾਹੁੰਦਾ, ਜਿੰਨਾ ਮੈਂ ਚਾਹੁੰਦਾ, ਜਦੋਂ ਮੈਂ ਚਾਹੁੰਦਾ, ਜਿਸ ਤਰ੍ਹਾਂ ਮੈਂ ਚਾਹੁੰਦਾ ਹੋ ਜਾਏ, ਅਸੀਂ ਬੜੇ ਖੁਸ਼ ਹੁੰਦੇ ਹਾਂ ਕਿ ਮੈਂ ਚਾਹੁੰਦਾ ਸੀ ਹੋ ਗਿਆ। ਪਰ ਜੇ ਉਹ ਉੱਦਾਂ ਨਾ ਹੋਵੇ ਫਿਰ ਅਸੀਂ ਬੜੇ ਪਰੇਸ਼ਾਨ ਹੁੰਦੇ ਹਾਂ। ਹੁਣ ਦੁੱਖ ਤਾਂ ਸੋਚ ਵਿੱਚ ਹੈ ਨਾ, ਜੋ ਚਾਹੁੰਦਾ ਹੋ ਗਿਆ ਤੇ ਮੈਂ ਖੁਸ਼, ਜੇ ਨਹੀਂ ਹੋਇਆ ਤੇ ਮੈਂ ਦੁਖੀ। ਹੁਣ ਜਦੋਂ ਰੱਬ ਦੀ ਰਜ਼ਾ 'ਚ ਹੀ ਆ ਗਏ ਕਿ ਜੋ ਕੁਝ ਵਾਹਿਗੁਰੂ ਕਰ ਰਿਹਾ ਉਹ ਠੀਕ ਹੀ ਹੈ। ਵਾਹਿਗੁਰੂ ਜੀਓ, ਜੇ ਭੁੱਖ ਦੇ ਤਾਂ ਤੁਝੇ ਅਰਾਦੀ ਦੁੱਖ ਵੀ ਤੁਝੇ ਤੇ ਆਈ, ਜੇ ਸੁਖ ਦੇ ਤਾਂ ਤੁਝੇ ਅਰਾਦੀ ਦੁੱਖ ਵੀ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵੇ ਸੂਖ ਮਨਾਈ। ਹਰ ਜੀਓ ਤੇਰੀ ਦਾਤੀ ਰਾਜਾ। ਵਾਹਿਗੁਰੂ ਜੀ, ਤੁਹਾਡੀਆਂ ਦਿੱਤੀਆਂ ਦਾਤਾਂ ਦੇ ਨਾਲ ਹੀ ਮੈਂ ਰਾਜਾ ਬਣਿਆ ਬੈਠਾ। ਇਹ ਤੁਹਾਡੀਆਂ ਦਾਤਾਂ ਨੇ। ਭੁੱਖ ਦੇਵੋਗੇ ਤਾਂ ਵੀ ਬੜਾ ਆਨੰਦ ਹੈ, ਦੁੱਖ ਦੇਵੋਗੇ। ਹੁਣ ਇਹੋ ਜਿਹੇ ਬੰਦੇ ਨੂੰ ਕੋਈ ਦੁਖੀ ਕਰ ਲਏਗਾ? ਜਿਹੜਾ ਕਹਿੰਦਾ ਕਿ ਵਾਹਿਗੁਰੂ ਜੀ ਭੁੱਖ ਦਿਓਗੇ ਤੇ ਤਾਂ ਵੀ ਕੋਈ ਗੱਲ ਨਹੀਂ, ਉਹਨੂੰ ਕੋਈ ਦੁਖੀ ਨਹੀਂ ਕਰ ਸਕਦਾ। ਦੁੱਖ ਕੀ ਹੈ? ਕਿਸੇ ਨੂੰ ਦੁਖੀ ਪਰੇਸ਼ਾਨ ਕਰਨ ਦਾ ਤਰੀਕਾ ਕੀ ਹੈ? ਤੇਰੀ ਰੋਟੀ ਬੰਦ ਕਰ ਦੇਵਾਂਗੇ, ਤੇਰਾ ਕਾਰੋਬਾਰ ਠੱਪ ਕਰ ਦੇਵਾਂਗੇ, ਇੱਥੋਂ ਹੀ ਸ਼ੁਰੂ ਹੁੰਦਾ ਨਾ। ਹੋਰ ਤੇ ਸਜ਼ਾ ਕੋਈ ਨਹੀਂ, ਦੋ ਹੀ ਗੱਲਾਂ ਨੇ, ਜਾਂ ਅਗਲੇ ਦਾ ਕਾਰੋਬਾਰ ਬੰਦ ਕਰ ਦਿਓ ਜਾਂ ਅਗਲੇ ਨੂੰ ਮੌਤ ਦਾ ਡਰਾਵਾ ਦੇ ਦਿਓ। ਹੁਣ ਜਿਹੜਾ ਰੱਬ ਦਾ ਪਿਆਰਾ ਹੈ ਉਹਨੂੰ ਪਤਾ ਕਿ ਰਿਜ਼ਕ ਰੱਬ ਨੇ ਦੇਣਾ ਹੀ ਦੇਣਾ ਹੈ, ਜਿਹਦਾ ਮਰਜ਼ੀ ਦੇਵੇ। ਇਸ ਕਰਕੇ ਉਹ ਬੇਪਰਵਾਹ ਰਹਿੰਦਾ ਕਿ ਰਿਜ਼ਕ ਰੱਬ ਦੇ ਹੱਥ ਹੈ, ਜੋ ਕਰਦਾ ਕੋਈ ਗੱਲ ਨਹੀਂ, ਕਰਨ ਦਿਓ। ਤੇ ਮੌਤ ਵੀ ਰੱਬ ਦੇ ਹੱਥ ਹੈ, ਮੌਤ ਮਨੁੱਖ ਦੇ ਹੱਥ ਨਹੀਂ। ਇਹ ਠੀਕ ਹੈ, ਸਾਨੂੰ ਲੱਗਦਾ ਕਿ ਫਲਾਣੇ ਨੇ ਫਲਾਣੇ ਨੂੰ ਮਾਰ ਦਿੱਤਾ, ਇਹ ਰੱਬ ਦੀ ਰਜ਼ਾ 'ਚ ਹੀ ਹੋ ਰਿਹਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਕਦੀ ਕੋਈ ਡੰਡ ਨਹੀਂ ਲੱਗਦਾ ਜਾਂ ਉਹਨਾਂ ਤੇ ਡੰਡ ਵਿਆਪਦਾ ਨਹੀਂ, ਕਿਉਂਕਿ ਅੰਦਰੋਂ ਹੰਕਾਰ ਮਿਟ ਗਿਆ। ਇਹ ਤੇ ਅਸੀਂ ਹਾਂ ਦੁਨਿਆਵੀ ਚੀਜ਼, ਦਾਤਾਂ ਰੱਬ ਦੀਆਂ, ਹੰਕਾਰ ਅਸੀਂ ਕਰੇ ਚਲੇ ਜਾਂਦੇ ਹਾਂ। ਇਹ ਸਰੀਰ, ਇਹ ਸਿਆਣਪ, ਇਹ ਸੁੰਦਰਤਾ ਰੱਬ ਦੀ, ਹੰਕਾਰ ਅਸੀਂ ਕਰੇ ਚਲੇ ਜਾਂਦੇ ਹਾਂ। ਗੁਰੂ ਬਾਬਾ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਸਦਕਾ ਉਸ ਪਰਮਾਤਮਾ ਦੀ ਇਸ ਰਜ਼ਾ ਨੂੰ ਸਮਝ ਲਿਆ, ਉਹਨਾਂ ਦਾ ਖਾਣਾ, ਉਹਨਾਂ ਦਾ ਭੋਜਨ, ਉਹਨਾਂ ਦੀ ਹਰ ਚੀਜ਼ ਜਿਹੜੀ ਨਾਮ ਬਣ ਗਈ, ਤੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਉਹ ਸੁਖੀ ਹੋ ਜਾਂਦੇ ਨੇ। ਸਾਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜੇ ਸੁਖੀ ਹੋਣਾ ਚਾਹੁੰਦੇ, ਇਸ ਭਵ ਸਾਗਰ ਨੂੰ ਪਾਰ ਕਰਨਾ ਚਾਹੁੰਦੇ ਹੋ, ਤੇ ਇੱਕੋ ਇੱਕ ਤਰੀਕਾ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰੋ। ਪਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਕਰਦਿਆਂ ਕੀ ਹੋਏਗਾ, ਜਿਉਂ-ਜਿਉਂ ਵਾਹਿਗੁਰੂ ਜੀ ਨੂੰ ਚੇਤੇ ਕਰਾਂਗੇ ਨਾ, ਉਹ ਗੁਣ ਸਾਡੀ ਸੁਰਤ 'ਚ ਆ ਜਾਣਗੇ, ਅਸੀਂ ਨਿਰਵੈਰ ਹੋ ਜਾਵਾਂਗੇ। ਜਿਹੜਾ ਬੰਦਾ ਨਿਰਵੈਰ ਹੈ ਉਹਨੂੰ ਤੇ ਕੋਈ ਦੁਖੀ ਨਹੀਂ ਕਰ ਸਕਦਾ। ਅਸੀਂ ਨਿਰਭਉ ਹੋ ਜਾਵਾਂਗੇ, ਕੋਈ ਡਰ ਨਹੀਂ ਸਾਡੇ ਨੇੜੇ ਆਏਗਾ। ਪਰਮਾਤਮਾ ਨਿਰਭਉ ਹੈ। ਗੁਰਬਾਣੀ ਕਹਿੰਦੀ ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਉਸ ਪਰਮਾਤਮਾ ਨੂੰ ਚੇਤੇ ਕਰਕੇ ਅਸੀਂ ਵੀ ਡਰ ਤੋਂ ਰਹਿਤ ਹੋ ਜਾਵਾਂਗੇ, ਵੈਰ ਤੋਂ ਰਹਿਤ ਹੋ ਜਾਵਾਂਗੇ, ਭਰਮ ਭਟਕਣਾ ਤੋਂ ਰਹਿਤ ਹੋ ਜਾਵਾਂਗੇ। ਜਦੋਂ ਸਭ ਕੁਝ ਮਿਟ ਗਿਆ ਤੇ ਬੰਦਾ ਫਿਰ ਕੀ ਰਹਿ ਗਿਆ? ਅੰਦਰ ਰੱਬ ਬਣ ਗਿਆ, ਰੱਬ ਦਾ ਰੂਹ ਬਣ ਗਿਆ, ਰੱਬ ਵਿੱਚ ਲਿਵਲੀਨ ਹੋ ਗਿਆ। ਰੱਬ ਤਾਂ ਮਨੁੱਖ ਦੇ ਅੰਦਰ ਹੈ, ਪਰ ਜਿਹੜੇ ਔਗਣ ਨਾ ਸਾਡੀ ਜ਼ਿੰਦਗੀ 'ਚ ਆ ਗਏ, ਈਰਖਾ ਆ ਗਈ, ਵੈਰ ਆ ਗਿਆ, ਵਿਰੋਧ ਆ ਗਿਆ, ਹੋਰ ਅਨੇਕ ਤਰ੍ਹਾਂ ਦੇ ਔਗਣ, ਉਹਨਾਂ ਕਰਕੇ ਅਸੀਂ ਆਪਣੇ ਉਸ ਰੱਬੀ ਸੁਭਾਅ ਤੋਂ ਵਾਂਝੇ ਹੋ ਗਏ। ਪਰ ਜਿਉਂ-ਜਿਉਂ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਆ, ਗੁਣ ਗਾਉਂਦੇ ਆ, ਗੁਣ ਗਾਉਂਦਿਆਂ ਗਾਉਂਦਿਆਂ ਕੀ ਹੋਏਗਾ? ਗੁਰਬਾਣੀ ਕਹਿੰਦੀ ਗੁਣ ਗਾਵ ਤੇਰੀ ਉਤਰ ਸਮੈਲ, ਬਿਨਸ ਜਾਏ ਹਉਮੈ ਬਿਖ ਫੈਰ। ਉਹ ਰੱਬ ਦੇ ਗੁਣ ਗਾਇਆ, ਤੇਰੇ ਅੰਦਰੋਂ ਮੈਲ ਮਿਟੇਗੀ, ਹੰਕਾਰ ਦੀ ਮੈਲ ਮਿਟੇਗੀ। ਜਿਵੇਂ ਮਿੱਟੀ ਘਟਾ ਪੈਣ ਦੇ ਨਾਲ ਕੋਈ ਚੀਜ਼ ਢੱਕੀ ਜਾਂਦੀ, ਉਹਦਾ ਅਸਲੀ ਰੂਪ ਦਿਸਦਾ ਨਹੀਂ ਹੈ। ਜਦੋਂ ਅਸੀਂ ਸਵਾਰ ਲੈਂਦੇ, ਉਹਨੂੰ ਧੋ ਲੈਂਦੇ, ਸਾਫ਼ ਕਰ ਲੈਂਦੇ ਨਾ, ਉਹਦਾ ਰੂਪ ਨਜ਼ਰ ਆ ਜਾਂਦਾ ਹੈ। ਤਿਵੇਂ ਸਾਡਾ ਜੋ ਅਸਲੀ ਰੂਪ ਹੈ ਨਾ, ਉਹ ਤੇ ਔਗਣਾਂ ਦੇ ਵਿੱਚ ਢੱਕਿਆ ਹੋਇਆ ਹੈ। ਜਿਵੇਂ ਸਰੋਵਰ ਦਾ ਪਾਣੀ ਕੱਖ ਕਾਨ ਨਾਲ ਢੱਕਿਆ ਹੋਏ, ਲੱਗਦਾ ਜਿਵੇਂ ਪਾਣੀ ਹੈ ਹੀ ਨਹੀਂ ਹੈ। ਕੱਖ ਕਾਨ ਭਰੇ ਕਰੋ, ਵਿੱਚੋਂ ਪਾਣੀ ਨਿਕਲ ਆਏਗਾ। ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ, ਜੈਸੇ ਤੋਂ ਬਸਨ ਅੰਗ ਸੰਗ ਮਿਲ ਹੋਏ ਹੈ ਮਲੀਨ, ਸਲਲ ਸਾਬਨ ਮਿਲ ਉਜਲ ਹੋਤ ਹੈ। जैसे तो सरोवर के सवाल के अछाद्यो जल, झोल पिए निर्मल देखिए अधोत है। जैसे निस अंधकार तार का चमत्कार, होत उजियारो दिनकर के अधोत है। तैसे मन मोह माया मिल होत है मलीन, गुरमत ज्ञान ध्यान जग मग जोत है। साडे अंदर जो रबी जोत है
ਉਹਦਾ ਪ੍ਰਕਾਸ਼ ਕਿਉਂ ਨਹੀਂ ਸਾਨੂੰ ਨਜ਼ਰ ਆਉਂਦਾ, ਜਾਂ ਉਹਦੇ ਦੀਦਾਰ ਕਿਉਂ ਨਹੀਂ ਹੁੰਦੇ? ਉਹਦਾ ਕਾਰਨ ਸਤਿਗੁਰੂ ਜੀ ਕਹਿੰਦੇ ਜਿਵੇਂ ਕੱਪੜੇ ਪਾਈ ਜਾਓ ਨਾ ਪਾਈ ਜਾਓ, ਮੈਲੇ ਹੋ ਜਾਂਦੇ, ਉਹਨਾਂ ਦਾ ਰੰਗ ਲੁਕ ਜਾਂਦਾ ਹੈ। ਫਿਰ ਉਹਨੂੰ ਧੋਨੇ ਆਪਾਂ ਕੱਪੜਿਆਂ ਨੂੰ ਸਾਬਣ ਨਾਲ, ਪਾਣੀ ਨਾਲ, ਉਹਨਾਂ ਦਾ ਰੰਗ ਫਿਰ ਨਿਕਲ ਆਉਂਦਾ ਹੈ। ਜਿਵੇਂ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਰਾਤ ਨੂੰ ਸੂਰਜ ਅਸਤ ਹੋ ਜੇ ਤੇ ਹਨੇਰਾ ਹੋ ਜਾਂਦਾ ਹੈ, ਹਨੇਰੇ 'ਚ ਕੁਝ ਵੀ ਨਜ਼ਰ ਨਹੀਂ ਆਉਂਦਾ, ਪਰ ਜਦੋਂ ਸੂਰਜ ਨਿਕਲਦਾ ਸਭ ਕੁਝ ਦਿਸਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਸਾਡਾ ਮਨ ਮਾਇਆ ਨਾਲ ਇਧਰ ਉਧਰ ਭਰਮ ਭਟਕੇ ਇੰਨਾ ਮਲੀਨ ਹੋ ਗਿਆ ਕਿ ਸਾਨੂੰ ਆਪਣੇ ਅੰਦਰੋਂ ਹੀ ਰੱਬੀ ਜੋਤ ਜਿਹੜੀ ਹੈ ਉਹਦਾ ਪ੍ਰਗਾਸ ਨਹੀਂ ਮਿਲ ਰਿਹਾ, ਉਹਦੇ ਦੀਦਾਰ ਨਹੀਂ ਹੋ ਰਹੇ। ਪਰ ਜਦੋਂ ਗੁਰਮਤਿ ਗਿਆਨ ਧਿਆਨ ਜਗ ਮਗ ਜੋਤ ਹੈ, ਗੁਰ ਸਾਖੀ ਜੋਤ ਪ੍ਰਗਟ ਹੋਏ, ਜਦੋਂ ਅਸੀਂ ਗੁਰੂ ਦੀ ਮਤ ਨਾਲ ਜੁੜ ਗਏ, ਸਾਡੇ ਅੰਦਰ ਉਹ ਜੋਤ ਜਗਮਗਾ ਉੱਠਦੀ ਹੈ, ਪ੍ਰਕਾਸ਼ ਹੋ ਜਾਂਦਾ ਹੈ, ਕਿਉਂਕਿ ਅੰਦਰੋਂ ਮੈਲ ਮਿਟ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਸਾਨੂੰ ਕਹਿੰਦੇ, ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ। ਉਹ ਭਾਈ ਰੱਬ ਦੀ ਸਿਫਤ ਸਲਾਹ ਕਰਿਆ ਕਰੋ, ਪਰਮਾਤਮਾ ਦੀ ਜੈ ਜੈਕਾਰ ਕਰਿਆ ਕਰੋ। ਗੁਰੂਦੇਵ ਜੀ ਕਹਿੰਦੇ ਨੇ, ਸਤ ਸੰਗਤ ਵਿੱਚ ਜਾ ਕੇ ਉਸ ਪਰਮਾਤਮਾ ਦੀ ਜੈ ਜੈਕਾਰ ਕਰਾਂਗੇ। ਜੈ ਜੈਕਾਰ ਦਾ ਅਰਥ ਹੈ ਕਿ ਉਹਦੀ ਕੀਰਤੀ ਕਰਨੀ। ਪਹਿਲਾਂ ਸਤਿਗੁਰੂ ਜੀ ਨੇ ਕਿਹਾ ਸੀ ਕਿ ਉਹਨੂੰ ਕੋਈ ਲੋੜ ਨਹੀਂ, ਉਹਨੂੰ ਕੋਈ ਮੁਹਤਾਜਗੀ ਨਹੀਂ ਕੀਰਤੀ ਦੀ। ਕੀਰਤੀ ਕਰਨੀ ਅਸੀਂ ਆਪਣੇ ਦੇ ਲਈ, ਕਿ ਉਹਦੀ ਕੀਰਤੀ ਕਰਦਿਆਂ ਕਰਦਿਆਂ ਉਹ ਗੁਣ ਸਾਡੇ ਵਿੱਚ ਆ ਜਾਣ ਤੇ ਉਹਨਾਂ ਗੁਣਾਂ ਨਾਲ ਜੁੜ ਕੇ ਅਸੀਂ ਵੀ ਅਵਗੁਣਾਂ ਤੋਂ ਰਹਿਤ ਹੋ ਜਾਈਏ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਹ ਪਵਿੱਤਰ ਪੌੜੀ ਹੈ, ਜਿੱਥੇ ਸਤਿਗੁਰੂ ਜੀ ਨੇ ਗੁਰਮੁਖਾਂ ਦੀ ਉਦਾਹਰਣ ਦੇ ਕੇ ਸਾਨੂੰ ਇਹ ਪ੍ਰੇਰਣਾ ਕੀਤੀ ਹੈ ਕਿ ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ, ਕਿ ਪ੍ਰਮਾਤਮਾ ਦੀ ਸਿਫਤ ਸਲਾਹ ਕਰਿਆ ਕਰੋ। ਧਨਾਸਰੀ ਰਾਗ ਵਿੱਚ ਸਤਿਗੁਰੂ ਜੀ ਦੇ ਬੜੇ ਪਿਆਰੇ ਬਚਨ ਕਿ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਉਹ ਬੰਦਨਾ ਕਰਨੀ ਪ੍ਰਮਾਤਮਾ ਨੂੰ ਕਰੋ, ਗੁਣ ਗਾਉਣੇ ਪ੍ਰਮਾਤਮਾ ਦੇ ਗਾਓ। ਜਿਉਂ-ਜਿਉਂ ਪ੍ਰਮਾਤਮਾ ਦੇ ਗੁਣ ਗਾਵਾਂਗੇ, ਸਿਫਤ ਸਲਾਹ ਕਰਾਂਗੇ, ਤਿਉਂ-ਤਿਉਂ ਉਹਦੀ ਰਜ਼ਾ ਮਿੱਠੀ ਲੱਗੇਗੀ, ਉਹਦੇ ਪਿਆਰ ਚਾਹਾਂਗੇ, ਉਹਦੀ ਰਜ਼ਾ ਮਿੱਠੀ ਲੱਗੀ, ਉਹਦੇ ਵਿੱਚ ਲਿਵਲੀਨ ਹੋ ਗਈ, ਦੁੱਖਾਂ ਦੀ ਗੱਲ ਖਤਮ ਹੋ ਜਾਏਗੀ। 2 ਸ਼ਲੋਕ ਗੁਰੂ ਅਮਰਦਾਸ ਜੀ ਮਹਾਰਾਜ ਦੇ, ਪਵਿੱਤਰ ਪੌੜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਸਤਿਗੁਰੂ ਜੀ ਮਿਹਰ ਕਰਨ, ਇਹਨਾਂ ਦਾ ਮੁੱਖ ਭਾਵ ਸਾਡੇ ਹਿਰਦੇ 'ਚ ਵਸੇ। ਸਾਰੰਗ ਰਾਗ ਦੀ ਵਾਰ ਦੀਆਂ 36 ਪੌੜੀਆਂ ਨੇ, ਜਿਹਦੇ ਵਿੱਚ 35 ਪੌੜੀਆਂ ਦੀ ਵਿਚਾਰ ਆਪ ਜੀ ਨੇ ਸਰਵਣ ਕਰ ਲਈ ਹੈ। ਇੱਕ ਪੌੜੀ ਕੱਲ ਦੀ ਬਾਕੀ ਹੈ, ਉਸ ਦੇ ਨਾਲ ਵਾਰ ਦੀ ਸਮਾਪਤੀ ਹੋ ਜਾਏਗੀ, ਫਿਰ ਭਗਤਾਂ ਦੀ ਬਾਣੀ ਆਰੰਭ ਹੋਏਗੀ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀਓ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ। ਸਤਿਗੁਰੂ ਜੀ ਸਮੂਹ ਸੰਗਤ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਰਤਾਰਥ ਕਰਨ ਜੀਓ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।